I audible? Yes, ma'am, you are. Okay. We are streaming live on Facebook, ma'am, now. Okay, ji. So, good evening, everyone. ਸਭ ਤੋਂ ਪਹਿਲਾਂ ਸਾਰੇ participants ਦਾ thanks for joining this webinar. I'm glad to present from Nova IVF Fertility ਇੱਕ 5 ਦਿਨ ਦੀ webinar series ਜਿਸ ਵਿੱਚ ਅਸੀਂ ਸਾਡੇ experienced IVF specialist Dr. Jasmine Kaur Tahiya ਤੁਹਾਡੇ ਨਾਲ ਗੱਲ ਕਰਨਗੇ about infertility ਦੇ ਵੱਖ-ਵੱਖ aspects ਤੇ ਕਿਸ ਤਰ੍ਹਾਂ ਦੀਆਂ treatment options ਸਾਡੇ ਕੋਲ available ਨੇ। ਚਲਦੇ ਹੋਏ COVID-19 ਦੇ ਪੈਂਡੇਮਿਕ ਦੇ ਦੌਰਾਨ ਤੇ ਗਵਰਨਮੈਂਟ ਵੱਲੋਂ ਲੱਗੀਆਂ ਜਿੰਨੀਆਂ ਟਰੈਵਲ ਰਿਸਟ੍ਰਿਕਸ਼ਨਸ ਨੇ ਤੇ ਜ਼ਰੂਰੀ ਇਨਫੋਰਮੇਸ਼ਨ ਨਾ ਮਿਲਣ ਕਰਕੇ ਬਹੁਤ ਸਾਰੇ ਕਪਲਸ ਨੇ ਜਿਹੜੇ ਕਨਫਿਊਜ਼ਡ ਹੈ ਕਿ ਇਸ ਟਾਈਮ 'ਚ ਉਹਨਾਂ ਨੂੰ ਕੀ ਕਰਨਾ ਚਾਹੀਦਾ ਹੈ। ਇਹ ਵੈਬਿਨਾਰ ਸੀਰੀਜ਼ ਤੁਹਾਨੂੰ ਹੈਲਪ ਕਰੇਗੀ। ਵੀ ਵਿਲ ਗਾਈਡ ਯੂ ਥਰੂ, ਸਾਡੇ ਐਕਸਪਰਟ ਤੁਹਾਨੂੰ ਹੈਲਪ ਕਰਨਗੇ ਟੂ ਨੋ ਕਿ ਅਸੀਂ ਅੱਗੇ ਤੁਸੀਂ ਕਿਹੜਾ ਪ੍ਰੋਸੀਜਰ ਫੋਲੋ ਕਰ ਸਕਦੇ ਹੋ ਤੇ ਨਾਲੇ ਹੀ ਤੁਸੀਂ ਆਪਣੇ ਪੈਰੈਂਟਹੁੱਡ ਦਾ ਸੁਪਨਾ ਕਿਵੇਂ ਪੂਰਾ ਕਰ ਸਕਦੇ ਹੋ ਸੇਫਲੀ ਤੇ ਸਕਸੈਸਫੁਲੀ। ਕੱਲ ਦਾ ਸਾਡਾ ਟੌਪਿਕ ਸੀਗਾ ਨੋ ਅਬਾਊਟ ਮੇਲ ਐਂਡ ਫੀਮੇਲ ਇਨਫਰਟੀਲਿਟੀ ਤੇ ਅੱਜ ਦਾ ਸਾਡਾ ਟੌਪਿਕ ਹੈ ਨਿਊਅਰ ਟੈਕਨੋਲੋਜੀਜ਼ ਇਨ ART, ਮਤਲਬ ਕਿਹੜੀਆਂ ਨਵੀਆਂ ਤਕਨੀਕਾਂ ਅਵੇਲੇਬਲ ਨੇ ਇਨਫਰਟੀਲਿਟੀ ਦੇ ਨਾਲ ਡੀਲ ਕਰਨ ਦੀ। ਅੱਜ ਦੇ ਸਾਡੇ ਸਪੀਕਰ ਡਾਕਟਰ ਜੈਸਮਿਨ ਕੌਰ ਤਹੀਆ ਨੇ। ਬਿਫੋਰ ਹੈਂਡਿੰਗ ਓਵਰ ਟੂ ਹਰ, I will give a short introduction of her to all of you. Dr. Jasmine Kaur Tahiya, MBBS MD in obstetrics and gynecology ने। मैम IVF ਤੇ एंडोस्कोपी सर्जरी ਦੇ ਐਕਸਪਰਟ ਨੇ। ਮੈਮ ਨੇ ਆਪਣੀ MBBS ਗਵਰਨਮੈਂਟ ਕਾਲਜ ਅੰਮ੍ਰਿਤਸਰ ਤੋਂ ਪੂਰੀ ਕੀਤੀ ਐਂਡ ਉਸ ਤੋਂ ਬਾਅਦ ਮੈਮ ਨੇ DMC ਲੁਧਿਆਣਾ ਦੇ ਵਿੱਚ ਬਹੁਤ ਸਾਰੇ ਸਾਲ ਐਜ਼ ਫੈਕਲਟੀ ਐਂਡ ਰਜਿਸਟਰਾਰ ਵਜੋਂ ਵੀ ਕੰਮ ਕੀਤਾ ਹੈ। ਮੈਮ ਨੇ ਆਪਣੀ IVF ਦੀ ਟ੍ਰੇਨਿੰਗ ਪਲਸ ਹਸਪੀਟਲ ਅਹਿਮਦਾਬਾਦ ਤੋਂ ਪੂਰੀ ਕੀਤੀ ਔਰ ਐਂਡੋਸਕੋਪੀ ਟ੍ਰੇਨਿੰਗ ਮੈਮ ਨੇ SQ ਲੈਬ ਮੁੰਬਈ ਐਂਡ CICE ਪੈਰਿਸ ਤੋਂ ਕੀਤੀ ਹੈ। मैम डॉक्टर जैस्मिन बहुत सारी इंटरनेशनल, नेशनल एंड लोकल कॉन्फ्रेंसेस जो मैम ने पार्टिसिपेट किया है which have been organized by many reputed associations like ASRM, ASHRAE, ISAR, NARCHI, FOXY, IFS and IMA। मैम बहुत सारे forums ਦੇ office bearer भी रहे ने। In 2018 मैम was awarded by Women Empowerment Award by IMA and recently she is the honorary IMA professor also। And मैं और तानु दसना चाहूंगी कि मैम is the first female elected member of Punjab Medical Council। We welcome you ma'am and now over to you। Thank you। A very good evening to all of you। I will be talking about recent advances। ਅਸੀਂ ਗੱਲ ਕਰਾਂਗੇ ਅੱਜ ਜਿਹੜੇ ਕਿ ਰੀਸੈਂਟ ਐਡਵਾਂਸਸ ਹੈਗੇ ਆ ART ਦੇ, ਉਹ ਕਿਸ ਤਰ੍ਹਾਂ ਹੈਲਪ ਕਰ ਸਕਦੇ ਆ ਫॉर ਅ ਬੈਟਰ ਪ੍ਰੈਗਨੈਂਸੀ। ਨੈਕਸਟ। ਸੋ ਜਿਹੜੇ ਰੀਸੈਂਟ ਐਡਵਾਂਸਸ ਹੈ ਉਹਨਾਂ ਸਭ ਤੋਂ ਪਹਿਲੇ ਆਪਾਂ ਗੱਲ ਕਰਾਂਗੇ ਕਿ ਮੈਕਸ ਕੀ ਹੁੰਦਾ ਹੈ ਔਰ DFI ਕੀ ਹੁੰਦਾ ਹੈ। ਇਹ ਇੱਕ ਐਡਵਾਂਸ ਹੈਗਾ ਜਿਹਦੇ ਵਿੱਚ ਅਸੀਂ ਜਿਹੜਾ ਮੇਲ ਫੈਕਟਰ ਹੈ ਉਹਨੂੰ ਟ੍ਰੀਟ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਨੈਕਸਟ। So MAX is actually magnetic assisted cell sorting and DFI is DNA fragmentation index। ਅਸੀਂ ਇੰਟਰੋਡਕਸ਼ਨ 'ਚ ਇਹ ਸ਼ੁਰੂ ਕਰਦੇ ਹੈਗੇ ਆ ਕਿ ਜਿਹੜੀ ਸ਼ੁਕਰਾਣੂਆਂ ਬਾਰੇ ਚਰਚਾ ਹੈ ਉਹ ਕਿਉਂ ਜ਼ਰੂਰੀ ਹੈਗੀ ਹੈ। ਜਿਹੜੀ ਆਪਾਂ ਸੀਮਨ ਪੈਰਾਮੀਟਰਸ ਹੈ ਉਹਦੀ ਡਿਸਕਸ਼ਨ ਨੂੰ ਅਸੀਂ ਕਿਉਂ ਜ਼ਰੂਰੀ ਸਮਝਦੇ ਹਾਂ। ਸੋ ਜੇ ਅਸੀਂ ਇਨਫਰਟੀਲਿਟੀ ਦੇ ਕਾਰਨ ਪਰਸੈਂਟੇਜ ਵਾਈਜ਼ ਦੇਖੀਏ ਤੇ 30% of the cases there is a male factor ਤੇ ਉਸੇ ਕਰਕੇ ਜਿਹੜਾ ਸਾਰਾ ਦਾਰੋਮਦਾਰ ਹੈ ਮੇਲ ਇਨਫਰਟੀਲਿਟੀ ਦੇ ਵਿੱਚ ਸਭ ਤੋਂ ਪਹਿਲੇ ਜਿਹੜੀ ਗੱਲ ਆਉਂਦੀ ਹੈ ਉਹ ਸ਼ੁਕਰਾਣੂਆਂ ਦੀ ਆਉਂਦੀ ਹੈ ਕਿ ਅਸੀਂ ਉਹਨਾਂ ਦੀ ਕੀ ਅਸੈਸਮੈਂਟ ਕਰ ਸਕਦੇ ਹਾਂ। ਨੈਕਸਟ। ਸੋ ਸੀਮਨ ਐਨਾਲਿਸਿਸ ਦੇ ਵਿੱਚ ਐਕਚੁਅਲੀ ਜਿਹੜਾ ਤੁਸੀਂ ਸੈਂਪਲ ਸਬਮਿਟ ਕਰਦੇ ਆ ਉਹਦੇ ਵਿੱਚ ਜਿਹੜਾ ਪਰਹੇਜ ਹੈ ਉਹ 3 ਤੋਂ 5 ਦਿਨ ਦਾ ਹੋਣਾ ਚਾਹੀਦਾ ਹੈ। ਇਸ ਤੋਂ ਘੱਟ ਪਰਹੇਜ ਤਾਂ ਭਾਵੇਂ ਹੋ ਸਕਦਾ ਪਰ ਜ਼ਿਆਦਾ ਨਹੀਂ ਹੋਣਾ ਚਾਹੀਦਾ। ਉਹਦੇ ਨਾਲ ਫਿਰ ਜਿਹੜੀ ਐਨਾਲਿਸਿਸ ਹੈ ਉਹਦੇ ਰਿਜ਼ਲਟ ਦੇ ਵਿੱਚ ਪ੍ਰੋਬਲਮ ਆਉਂਦੀ ਹੈ। ਜਿਹੜੇ ਆਦਮੀ ਦੇ ਕਾਰਕ ਹੈਗੇ ਆ ਉਹਦੇ ਅਨੁਮਾਨ ਲਗਾਉਣ ਲਈ ਸਭ ਤੋਂ ਭਰੋਸੇਮੰਦ ਜਾਂਚ ਜਿਹੜੀ ਹੈਗੀ ਹੈ ਉਹ ਸੀਮਨ ਐਨਾਲਿਸਿਸ ਹੈ। ਇਨ ਅ ਸੈਂਸ ਦੈਟ ਇਹ ਫਸਟ ਇਨਵੈਸਟੀਗੇਸ਼ਨ ਹੈ ਜਿਹੜੀ ਅਸੀਂ ਰਿਕੁਐਸਟ ਕਰਦੇ ਹਾਂ ਜਦੋਂ ਵੀ ਕੋਈ
फर्टिलिटी ट्रीटमेंट लैण वाला कपल साडे कोल आंदा है और ये सब तो भरोसेमंद जांच हैगी है देखण लई कि मेल फैक्टर है कि नहीं। ਇਹਦੇ ਵਿੱਚ ਅਸੀਂ ਜਿਹੜਾ ਸੀਮਨ ਹੈਗਾ ਉਹਦੀ ਮੈਕਰੋਸਕੋਪਿਕ ਐਗਜ਼ਾਮੀਨੇਸ਼ਨ ਵੀ ਕਰਦੇ ਆ ਤੇ ਮਾਈਕਰੋਸਕੋਪਿਕ ਐਗਜ਼ਾਮੀਨੇਸ਼ਨ ਵੀ ਕਰਦੇ ਆ। We look at the appearance, the odor and the volume of the semen grossly ਤੇ ਜਿਹੜੀ otherwise ਜਿਹੜਾ ਹੈ we look at the semen count, ਉਹਦੀ motility ਕੀ ਹੈ ਔਰ morphology, shape of the sperms ਵੀ ਇੱਕ issue ਹੁੰਦਾ ਹੈ। ਜੇ ਤੁਸੀਂ diagrammatically ਦੇਖੋਗੇ ਤੇ on this side you will see a wonderful sperm count और इधर ਜਿਹੜਾ ਹੈਗਾ ਉਹ ਘੱਟ ਹੈਗਾ। ਉਸੇ ਤਰ੍ਹਾਂ shape of the sperms ਦੀ ਵੀ ਕਾਫੀ ਇੰਪੋਰਟੈਂਸ ਹੈ ਔਰ ਜੇ ਆਪਾਂ motility ਦੀ ਗੱਲ ਕਰੀਏ ਤੇ ਜਿਹੜਾ sperm normal ਹੋਏਗਾ ਉਹਦੀ motility ਹੀ ਅੱਛੀ ਹੁੰਦੀ ਹੈ। ਨੈਕਸਟ ਇਹ ਇੱਕ ਟੇਬਲ ਹੈਗਾ ਜਿਹੜਾ ਤੁਹਾਨੂੰ ਇਹ ਦੱਸਣ ਲਈ ਹੈ ਕਿ WHO ਕਲਾਸੀਫਿਕੇਸ਼ਨ ਦੇ ਹਿਸਾਬ ਨਾਲ ਜੇ ਅਸੀਂ ਸੀਮਨ ਐਨਾਲਿਸਿਸ ਕਰੀਏ ਹਰ ਟੈਸਟ ਦੀ ਇੱਕ ਰੈਫਰੈਂਸ ਰੇਂਜ ਹੁੰਦੀ ਹੈ। ਕਈ ਵਾਰੀ ਤੁਸੀਂ ਇੱਕ ਲੈਬੋਰੇਟਰੀ ਤੋਂ ਟੈਸਟ ਕਰਾਉਂਦੇ ਹੋ ਉਹਦਾ ਰੈਫਰੈਂਸ ਰੇਂਜ ਕੁਝ ਹੋਰ ਹੁੰਦਾ ਹੈ, ਜਿਹੜੀ ਦੂਸਰੀ ਲੈਬ ਹੈ ਉਹਦਾ ਰੈਫਰੈਂਸ ਰੇਂਜ ਕੁਝ ਹੋਰ ਹੁੰਦਾ ਹੈ। ਪਰ ਜਿਹੜਾ ਨੋਵਾ ਦੇ ਵਿੱਚ ਅਸੀਂ ਵੀਰਜ ਦਾ ਟੈਸਟ ਕਰਦੇ ਆ ਉਹਦੀ ਰਿਪੋਰਟਿੰਗ ਅਸੀਂ WHO ਗਾਈਡਲਾਈਨਸ ਦੇ ਹਿਸਾਬ ਨਾਲ ਕਰਦੇ ਆ ਔਰ ਜਿਹੜੀ WHO ਹੈ ਉਹ ਸਾਲ ਬਸਾਲ ਇਹਦੇ ਚ ਚੇਂਜਸ ਲਿਆਉਂਦੀ ਹੈ। एक्चुअली 1980 ਚ ਜੇ ਆਪਾਂ ਐਨਾਲਾਈਜ਼ ਕਰੀਏ ਕਿ ਜਿਹੜੇ ਹੈਲਦੀ ਮੇਲ ਸੀ ਜਿਨ੍ਹਾਂ ਨੂੰ ਬੱਚਾ ਪੈਦਾ ਕਰਨ ਚ ਕੋਈ ਪ੍ਰੋਬਲਮ ਨਹੀਂ ਸੀ ਉਹਨਾਂ ਦਾ ਸੀਮਨ ਕਾਊਂਟ ਔਰ ਸਾਰਾ ਕੁਝ ਜਿਹੜਾ ਹੈਗਾ ਸੀ ਉਹ ਬਹੁਤ ਵਧੀਆ ਸੀ। ਜੇ ਆਪਾਂ ਹੁਣ ਲੇਟੈਸਟ ਗਾਈਡਲਾਈਨ ਜਿਹੜੀ 2010 ਦੀ ਹੈ ਜੇ ਆਪਾਂ ਉਹਨੂੰ ਦੇਖੀਏ if the volume is 1.5 ml it is considered normal, ਜੇ count 15 million per ml है that is normal, then the total sperms in the ejaculate 39 million तक होने चाहिए, 40% motile and more than or equal to 25% with progressive motility और जिहड़ी vitality है sperms दी 58% चाहिए और morphology see 4% normal means normal। ਇਹਦਾ ਮਤਲਬ ਜਿਹੜੇ healthy males ਹੈਗੇ ਆ ਉਹਨਾਂ ਦੀ 4% ਹੀ normal ਹੈਗੀ ਹੈ ਜਿਹੜੀ ਕਿ ਪਹਿਲੇ 80% ਤੱਕ ਹੁੰਦੀ ਸੀ 1980 ਦੇ ਵਿੱਚ ਔਰ ਇਹੀ ਇੱਕ ਪੈਰਾਮੀਟਰ ਹੈ ਜਿਹੜਾ ਸਭ ਤੋਂ ਜ਼ਿਆਦਾ ਵਰੀਸਮ ਹੈਗਾ ਫॉर fertility consultants and embryologists ਤੇ ਜਿਹੜੀ morphology ਹੈ sperms ਦੀ ਉਹ ਖਰਾਬ ਹੁੰਦੀ ਜਾ ਰਹੀ ਹੈ। pus cells of course should not be there। next slide please। so sperm preparation ਕਈ ਵਾਰੀ patient ਇਹ question ਕਰਦਾ ਹੈਗਾ ਕਿ sperm preparation ਜਾਂ ਸ਼ੁਕਰਾਣੂ ਦੀ ਤਿਆਰੀ ਕਿਉਂ ਕੀਤੀ ਜਾਂਦੀ ਹੈ। ਜਿਹੜਾ ਸੈਮੀਨਲ ਪਲਾਜ਼ਮਾ ਹੁੰਦਾ ਹੈ ਜਦੋਂ ਸੀਮਨ ਐਗਜ਼ਾਮੀਨੇਸ਼ਨ ਲਈ ਦਿੱਤਾ ਜਾਂਦਾ ਹੈ ਜੇ ਉਹਦੇ ਵਿੱਚ ਲੰਬੇ ਸਮੇਂ ਤੱਕ ਸਪਰਮਸ ਪਏ ਰਹਿਣ ਤੇ ਉਹ ਸਪਰਮਸ ਦੀ ਫੰਕਸ਼ਨੈਲਿਟੀ ਨੂੰ ਘਟਾ ਦਿੰਦਾ ਹੈ ਔਰ ਉਹਦੀ ਜਿਹੜੀ ਇਨਹਿਬਿਟ ਕਰਦਾ ਹੈਗਾ ਜਿਹੜੀ ਕੈਪੈਸਿਟੇਸ਼ਨ ਤੇ ਐਕਰੋਸੋਮ ਰਿਐਕਸ਼ਨ ਹੈਗਾ। ਸੋ ਇਸ ਕਰਕੇ ਸਪਰਮ ਪ੍ਰੈਪਰੇਸ਼ਨ ਜ਼ਰੂਰੀ ਹੁੰਦੀ ਹੈ। ਜਿਹੜੇ ਡੈਡ ਸਪਰਮਸ ਹੈ ਜਾਂ ਲਿਊਕੋਸਾਈਟਸ ਹੈ ਉਹਨਾਂ ਵਿੱਚ ਰਿਐਕਟਿਵ ਆਕਸੀਜਨ ਸਪੀਸ਼ੀਜ਼ ਹੁੰਦੇ ਹੈ ਤੇ ਉਹਨਾਂ ਨੂੰ ਵੀ ਉਹਦੇ ਵਿੱਚੋਂ ਬਾਹਰ ਕੱਢ ਦੇਣਾ ਪੈਂਦਾ ਹੈ ਤੇ ਜਿਹੜੇ ਮਾਈਕਰੋਬਸ ਤੇ ਪ੍ਰੋਸਟਾਗਲੈਂਡਿਨਸ ਹੁੰਦੇ ਆ ਉਹਨਾਂ ਨੂੰ ਵੀ ਹਟਾ ਕੇ ਤੇ ਜਿਹੜਾ ਪ੍ਰੀਪੇਅਰ ਹੁੰਦਾ ਹੈ ਉਹ ਸੀਮਨ that is the prepared semen। next ਸੋ ਵੀਰਜ ਨੂੰ ਟ੍ਰੀਟਮੈਂਟ ਚ ਤਿਆਰ ਕਰਨ ਲਈ ਕਈ ਤਕਨੀਕ ਹੁੰਦੀਆਂ ਹੈਗੀਆਂ ਤੇ ਜਿਸ ਦਿਨ ਪ੍ਰੋਸੀਜਰ ਹੈਗਾ ਉਸ ਦਿਨ ਜਿਹੜਾ ਸਾਨੂੰ ਸੈਂਪਲ ਮਿਲਦਾ ਹੈਗਾ ਉਹ ਸੈਂਪਲ ਨੂੰ ਗ੍ਰੋਸਲੀ ਦੇਖ ਕੇ ਅਸੀਂ ਡਿਸਾਈਡ ਕਰਦੇ ਹਾਂ ਕਿ ਅਸੀਂ ਪਹਿਲੇ ਸਵਿਮ ਅਪ ਕਰਾਉਣਾ ਹੈਗਾ ਡੈਂਸਿਟੀ ਗ੍ਰੇਡੀਅੰਟ ਕਰਨਾ ਹੈ ਓਵਰਲੇ ਕਰਨਾ ਹੈ ਅੰਡਰਲੇ ਕਰਨਾ ਹੈ ਕਿ ਜਾਂ ਸਿੰਪਲ ਸੀਮਨ ਵਾਸ਼ ਕਰਕੇ ਤੇ ਉਹ ਸੈਂਪਲ ਜਿਹੜਾ ਉਹ ਯੂਜ਼ ਹੋ ਸਕਦਾ ਹੈ। ਨੈਕਸਟ ਹੁਣ ਗੱਲ ਆਉਂਦੀ ਹੈਗੀ ਹੈ DNA ਫ੍ਰੈਗਮੈਂਟੇਸ਼ਨ ਇੰਡੈਕਸ ਦੀ ਜਿਹਨੂੰ ਆਪਾਂ DFI ਵੀ ਕਹਿੰਦੇ ਹਾਂ ਸ਼ਾਰਟ ਫਾਰਮ। ਜਿਹੜਾ DFI ਹੈ ਇਸ ਦੀ ਜਾਂਚ ਇਸ ਨੂੰ ਮਾਪਣ ਲਈ ਇੱਕ ਪ੍ਰਭਾਵੀ ਤਰੀਕਾ ਹੈ ਕਿ ਆਪਾਂ ਜਿਹੜੇ ਫ੍ਰੈਗਮੈਂਟਡ DNA ਵਾਲੇ ਸ਼ੁਕਰਾਣੂ ਹੈ ਉਹ ਇਜੈਕੂਲੇਟ ਦੇ ਵਿੱਚ ਕਿੰਨੇ ਪਰਸੈਂਟ ਹੈਗੇ ਆ ਫ੍ਰੈਗਮੈਂਟਡ DNA ਵਾਲੀਆਂ ਕਿੰਨੇ ਪਰਸੈਂਟ ਜਿਹੜੇ ਸ਼ੁਕਰਾਣੂ ਹੈ ਉਹ ਸੀਮਨ ਦੇ ਵਿੱਚ ਪ੍ਰੈਜ਼ੈਂਟ ਹੈ। ਸੋ ਇਹ ਟੈਸਟ ਦੇ ਵਿੱਚ ਸਾਨੂੰ ਜਦੋਂ ਰਿਪੋਰਟ ਮਿਲਦੀ ਹੈ ਜੇ ਤਾਂ DFI DNA ਫ੍ਰੈਗਮੈਂਟੇਸ਼ਨ ਇੰਡੈਕਸ ਜਿਹੜਾ ਹੈ it is less than or equal to 15%, it means excellent to ਲੈ ਕੇ good
ਸਪਰਮ ਇੰਟੈਗ੍ਰਿਟੀ ਜਿਹੜੀ ਹੈਗੀ ਹੈ ਉਹ ਸੈਂਪਲ ਦੀ ਹੈਗੀ ਹੈ। ਔਰ ਜੇ ਜਿਹੜਾ ਸੈਂਪਲ ਹੈਗਾ ਉਹਦੇ ਵਿੱਚ ਜਿਹੜਾ DFI ਦੀ ਸਾਨੂੰ ਰਿਪੋਰਟ ਮਿਲ ਰਹੀ ਹੈ, if it is more than 15 and less than 25%, that means it is good to fair, and so more than 25 and up to 50% the DFI is fair to poor, and ਜੇ DFI ਸਾਡਾ ਜਿਹੜਾ ਸੀਮਨ ਦਾ ਆ ਰਿਹਾ ਹੈਗਾ it is more than or equal to 50%, ਤੇ ਇਹਦਾ ਮਤਲਬ ਹੈਗਾ ਕਿ ਬਹੁਤ ਖਰਾਬ ਸ਼ੁਕਰਾਣੂ ਹੈਗੇ ਹੈ ਔਰ ਬੜੀ ਪੂਅਰ DNA ਇੰਟੈਗ੍ਰਿਟੀ ਹੈਗੀ ਹੈ। ਨੈਕਸਟ ਆਪਾਂ ਗੱਲ ਕਰਾਂਗੇ ਕਿ ਜੇ DNA ਇੰਟੈਗ੍ਰਿਟੀ ਖਰਾਬ, ਅਗਰ ਆਪਾਂ ਮੈਕਸ ਦੀ ਗੱਲ ਕਰਾਂਗੇ, ਮੈਗਨੈਟਿਕ ਐਕਟੀਵੇਟਿਡ ਸੈਲ ਸੌਰਟਿੰਗ ਹੈਗੀ ਹੈ ਜਿਹੜੀ, ਉਹਦੇ ਵਿੱਚ this is actually the answer to a poor DFI. ਸੋ ਮੈਕਸ ਇੱਕ ਵੀਰਜ ਤਿਆਰੀ ਦੀ ਹੀ ਤਕਨੀਕ ਹੈ ਔਰ ਮੈਕਸ ਤਕਨੀਕ ਬਚਾਵ ਦੀ ਘੱਟ ਸੰਭਾਵਨਾ ਵਾਲੇ ਐਪੋਪਟੋਟਿਕ ਸਪਰਮੈਟੋਜ਼ੋਆ। ਐਪੋਪਟੋਟਿਕ ਸਪਰਮੈਟੋਜ਼ੋਆ ਦਾ ਮਤਲਬ ਇਹੋ ਜਿਹੇ ਸਪਰਮਸ ਜਿਨ੍ਹਾਂ ਦੇ ਹੈਡ ਦੇ ਵਿੱਚ ਡੈਡ ਏਰੀਆਜ਼ ਹੈਗੇ ਹੈ, ਉਹਨਾਂ ਤੋਂ ਸੈਪਰੇਟ ਆਊਟ ਕਰਦੇ ਹਾਂ ਅਸੀਂ ਜਿਹੜੇ ਸਿਹਤਮੰਦ ਸਪਰਮਸ ਹੁੰਦੇ ਹੈ ਬਾਏ ਇਮਿਊਨੋਮੈਗਨੈਟਿਕ ਸੈਪਰੇਸ਼ਨ। ਐਂਡ ਜਿਸ ਤਰ੍ਹਾਂ ਕਿ ਤੁਸੀਂ ਡਾਇਗਰਾਮ ਦੇ ਵਿੱਚ ਵੀ ਦੇਖ ਰਹੇ ਹੋ ਕਿ ਜਦੋਂ ਅਸੀਂ ਉਹ ਮੈਗਨੈਟਿਕ ਕਾਲਮ ਦੇ ਵਿੱਚੋਂ ਸਪਰਮਸ ਨੂੰ ਪਾਸ ਕਰਦੇ ਹਾਂ, ਜਿਹੜੇ ਡੈਡ ਹੈਡਸ ਵਾਲੇ ਸਪਰਮ ਹੈਗੇ ਉਹ ਮੈਗਨੇਟ ਦੇ ਨਾਲ ਜੁੜ ਜਾਂਦੇ ਆ ਔਰ ਜਿਹੜੇ ਵਧੀਆ ਨਾਰਮਲ ਸਪਰਮਸ ਹੈ ਉਹ ਤੁਸੀਂ ਦੂਸਰੀ ਸਾਈਡ ਤੋਂ ਕਲੈਕਟ ਕਰ ਲੈਂਦੇ ਆ। ਸੋ ਇਹ ਇੱਕ ਟੈਕਨੀਕ ਹੈਗੀ ਹੈ ਜਿਹੜੀ ਜਦੋਂ ਅਸੀਂ ਸੈਪਰੇਟ ਕਰ ਦਿੰਦੇ ਆ ਸਪਰਮਸ, ਉਹਨਾਂ ਨੂੰ ਫਿਰ ਅਸੀਂ ਯੂਜ਼ ਕਰ ਸਕਦੇ ਹਾਂ ਫॉर IUI, IVF ਜਾਂ ICSI। ਇਹ ਇਹਨਾਂ ਸਾਰੇ ਸਾਈਕਲਸ ਦੇ ਵਿੱਚ ਇਹਨਾਂ ਦਾ ਯੂਜ਼ ਹੈਗਾ। ਨੈਕਸਟ, ਸੋ ਮੈਕਸ ਨੂੰ ਕਦੋਂ ਸੰਕੇਤਿਤ ਕੀਤਾ ਜਾਂਦਾ ਹੈ ਕਿ ਸਾਡੀਆਂ ਜਿਹੜੀਆਂ ਮੈਕਸ ਦੀਆਂ ਇੰਡੀਕੇਸ਼ਨਸ ਹੈਗੀਆਂ ਉਹ ਕੀ ਹੈਗੀਆਂ। ਜੇ ਸ਼ੁਕਰਾਣੂ ਘੱਟ ਗਿਣਤੀ 'ਚ ਹੈਗੇ ਹੈ ਜਾਂ ਉਹਨਾਂ ਦੀ ਮੋਟਿਲਿਟੀ ਘੱਟ ਹੈ ਜਾਂ ਉਹਨਾਂ ਦੀ ਮੋਰਫੋਲੋਜੀ ਖਰਾਬ ਹੈ, ਇਹਨਾਂ ਸਾਰੇ ਕੇਸਿਸ ਦੇ ਵਿੱਚ ਆਪਾਂ ਮੈਕਸ ਨੂੰ ਯੂਜ਼ ਕਰ ਸਕਦੇ ਹਾਂ। ਇਫ ਹੌਸ ਨੈਗੇਟਿਵ ਸੈਂਪਲਸ ਜਿਹੜੇ ਹੈ ਤੇ ਜਿਹੜੇ ਹਾਈ DNA ਫ੍ਰੈਗਮੈਂਟੇਸ਼ਨ ਸੈਂਪਲਸ ਹੈ ਉਹਨਾਂ ਦੇ ਵਿੱਚ ਮੈਕਸ ਦੀ ਬਹੁਤ ਜ਼ਿਆਦਾ ਇੰਪੋਰਟੈਂਸ ਹੈ ਔਰ ਅੱਛੀ ਤਰ੍ਹਾਂ ਸੈਂਪਲ ਤਿਆਰ ਹੁੰਦਾ। ਗਰਭ ਧਾਰਨ ਨਾ ਕੀਤੇ ਬਿਨਾ ਜੇ 2 ਤੋਂ ਵੱਧ ਸਾਈਕਲ ਪੇਸ਼ੈਂਟ ਲੈ ਚੁੱਕਿਆ ਹੈ ਸਮਵੇਅਰ ਆਊਟਸਾਈਡ ਆਲਸੋ, ਤੇ ਅਸੀਂ ਪੇਸ਼ੈਂਟ ਨੂੰ ਸੁਜੈਸਟ ਕਰਦੇ ਹਾਂ ਕਿ ਕੋਈ ਪ੍ਰੋਬਲਮ ਨਹੀਂ ਵੀ ਹੁੰਦੇ ਹੋਏ ਅਸੀਂ ਮੈਕਸ ਯੂਜ਼ ਕਰਾਂਗੇ, ਕਿਉਂਕਿ ਜਸਟ ਬਾਈ ਲੁਕਿੰਗ ਐਟ ਦ ਸਪਰਮ ਤੁਸੀਂ ਨਹੀਂ ਦੱਸ ਸਕਦੇ ਕਿ DNA ਫ੍ਰੈਗਮੈਂਟੇਸ਼ਨ ਇੰਡੈਕਸ ਹਾਈ ਹੈ ਕਿ ਨਹੀਂ। ਔਰ ਬਾਰ-ਬਾਰ ਗਰਭਪਾਤ ਹੋਣਾ, ਰੈਕਰੈਂਟ ਅਬੋਰਸ਼ਨਸ, ਉਹਦੇ ਵਿੱਚ ਵੀ ਜਿਹੜਾ ਮੈਕਸ ਹੈਗਾ ਇਹ ਬਹੁਤ ਇੱਕ ਇੰਪੋਰਟੈਂਟ ਚੀਜ਼ ਹੈ। ਔਰ ਸਪੋਜ਼ ਕਿਸੇ ਨੂੰ ਐਡਿਕਸ਼ਨ ਹੈਗੀ ਹੈ ਸਮੋਕਿੰਗ ਜਾਂ ਐਲਕੋਹਲ ਦੀ, ਅਗੇਨ ਮੈਕਸ ਕੈਨ ਹੈਲਪ ਅਸ ਅ ਲੋਟ। ਸੋ ਵਾਟ ਆਰ ਦ ਟੇਕ ਹੋਮ ਮੈਸੇजेस ਕਿ ਇਕਲੌਤੀ ਸਭ ਤੋਂ ਜ਼ਰੂਰੀ ਜਾਂਚ ਜਿਹੜੀ ਹੈ ਉਹ ਵੀਰਜ ਵਿਸ਼ਲੇਸ਼ਣ ਹੈ, ਸੀਮਨ ਐਨਾਲਿਸਿਸ ਹੈ। I get so many ਸਾਡੇ OPD 'ਚ ਕਿੰਨੇ ਪੇਸ਼ੈਂਟਸ ਆਉਂਦੇ ਹੈਗੇ ਹੈ ਜਿਨ੍ਹਾਂ ਵਿੱਚ ਕਈ ਵਾਰੀ 2-2, 3-3 ਸਾਲ ਦਾ ਇਲਾਜ ਹੋ ਚੁੱਕਾ ਹੁੰਦਾ ਹੈ ਕਪਲ ਦਾ, ਪਰ ਇੱਕ ਵੀ ਵੀਰਜ ਦਾ ਟੈਸਟ ਨਹੀਂ ਹੋਇਆ ਹੁੰਦਾ। ਸੋ ਵੀਰਜ ਜਿਹੜਾ ਚੈੱਕ ਹੋਣਾ ਉਹ ਬਹੁਤ ਜ਼ਰੂਰੀ ਹੈ। ਔਰ ਜਿਹੜਾ ਹੁਣ ਰੀਸੈਂਟ ਐਡਵਾਂਸਿਸ ਆ ਗਏ ਉਹਦੇ ਲਈ ਇਹ ਹੈਗਾ ਕਿ ਆਪਾਂ DFI ਔਰ ਮੈਕਸ ਯੂਜ਼ ਕਰ ਸਕਦੇ ਹਾਂ ਜਿੱਥੇ ਸਾਨੂੰ ਇਹਨਾਂ ਚੀਜ਼ਾਂ ਦੀ ਲੋੜ ਹੈ। ਨੈਕਸਟ, ਸੋ ਜਿਹੜਾ ਨੈਕਸਟ ਰੀਸੈਂਟ ਐਡਵਾਂਸ ਹੈਗਾ ਹੈ ART ਦਾ, ਉਹ ਹੈਗਾ ERA। ਇਸਨੂੰ ਈਰਾ ਵੀ ਕਹਿੰਦੇ ਹੈ ਜਾਂ ਇਹਦਾ ਫੁੱਲ ਫਾਰਮ ਹੈਗਾ ਐਂਡੋਮੀਟਰੀਅਲ ਰਿਸੈਪਟਿਵਿਟੀ ਐਰੇ। ਆਪਾਂ ਹੁਣ ਇਹਦੇ ਬਾਰੇ ਗੱਲ ਕਰਾਂਗੇ। ਨੈਕਸਟ, ਸੋ ਜੇ ਆਪਾਂ ਮਰੀਜ਼ਾਂ ਦਾ ਦ੍ਰਿਸ਼ਟੀਕੋਣ ਲਈਏ, ਮਰੀਜ਼ ਨੂੰ ਲੱਗਦਾ ਹੈ ਕਿ ਮੇਰੇ ਐਗ ਅੱਛੇ ਨਿਕਲੇ, ਮੇਰੇ ਸ਼ੁਕਰਾਣੂ ਵੀ ਠੀਕ ਸੀਗੇ ਤੇ ਮੈਨੂੰ ਬੱਚਾ ਮਿਲ ਹੀ ਜਾਣਾ ਚਾਹੀਦਾ, ਪਰ ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਏਗੀ ਕਿ 50% ਜਿਹੜੇ IVF ਸਾਈਕਲ ਹੈਗੇ ਆ ਉਹਨਾਂ ਵਿੱਚ ਗਰਭ ਧਾਰਨ ਨਹੀਂ ਹੁੰਦਾ। ਤਾਂ ਫਿਰ ਕੀ ਗੜਬੜ ਹੋ ਜਾਂਦੀ ਹੈ? ਰਾਦਰ ਦੈਨ ਸੇਇੰਗ ਕਿ ਕਿਹਦੀ ਗਲਤੀ ਹੈ, ਇਟ ਇਜ਼ ਲਾਈਕ ਕੀ ਗੜਬੜ ਹੁੰਦੀ ਹੈ, ਕੀ ਪ੍ਰੋਬਲਮ ਆਉਂਦੀ ਹੈ, ਇਹ ਅਸੀਂ ਦੇਖਾਂਗੇ। ਨੈਕਸਟ, ਸੋ IVF ਵਿੱਚ ਗਰਭ ਧਾਰਨ ਕਰਨ ਲਈ ਜ਼ਰੂਰੀ ਚੀਜ਼ਾਂ ਕੀ ਹੈਗੀਆਂ? ਇੱਕ
ਚੰਗੀ ਗ੍ਰੇਡ ਦਾ, ਚੰਗੀ ਮੋਰਫੋਲੋਜੀ ਦਾ ਐਮਬ੍ਰਿਓ ਜਿਹਦਾ ਕ੍ਰੋਮੋਸੋਮਲ ਨੰਬਰ ਅੱਛਾ ਹੋਵੇ, ਜਿਹਨੂੰ ਅਸੀਂ ਯੂਪਲੋਇਡ ਐਮਬ੍ਰਿਓ ਕਹਿੰਦੇ ਆ, ਇੱਕ ਉਹ ਚਾਹੀਦਾ ਹੈਗਾ ਸਾਨੂੰ। ਔਰ ਜਿਹੜਾ ਐਂਡੋਮੀਟਰੀਅਮ ਹੈ ਉਹ ट्रिपल लेयर होना चाहिए, मोर देन 6 mm और रादर अराउंड 8 mm। और ਜਿਹੜੀ एंडोमेट्रियल रिसेप्टिविटी है ਉਹ गुड होनी चाहिए है, ਤੇ ਚੰਗੇ ਭਰੂਣ ਨੂੰ ਟ੍ਰਾਂਸਫਰ ਕਰਨ ਦੀ ਤਕਨੀਕ ਵੀ ਚੰਗੀ ਚਾਹੀਦੀ ਹੈ। ਸੋ ਯੂ ਨੀਡ ਐਨ ਐਕਸਪੀਰੀਐਂਸਡ fertility specialist also for a good pregnancy। Next, ਮੌਜੂਦਾ ਸਮੇਂ ਵਿੱਚ ਸਾਡੇ ਕੋਲ IVF ਦੇ ਸਾਰੇ ਵਿਕਸਿਤ ਪਹਿਲੂ ਮੌਜੂਦ ਹਨ, ਪਰ ਫਿਰ ਵੀ 45 to 50% ਤੱਕ ਗਰਭਧਾਰਨ ਦਰ ਹੈ, ਔਰ ਇਸ ਤੋਂ ਜ਼ਿਆਦਾ ਵਧਾਇਆ ਨਹੀਂ ਜਾ ਸਕ ਰਿਹਾ, ਬਿਕਾਜ਼ the pregnancy rate is sticking to this 50%। ਇਸ ਤੋਂ ਉੱਪਰ ਅਸੀਂ ਨਹੀਂ ਜਾ ਪਾ ਰਹੇ। ਜਿਹੜੀ ਬੋਟਲ ਨੈਕ ਹੈ ਉਹ ਹੈਗੀ ਹੈ ਇੰਪਲਾਂਟੇਸ਼ਨ ਰੇਟ, ਜਿਹੜੀ ਇਸ ਦਰ ਨੂੰ ਸੀਮਿਤ ਕਰ ਰਹੀ ਹੈ, ਔਰ ਅਸੀਂ ਹੁਣ ਇੰਪਲਾਂਟੇਸ਼ਨ ਰੇਟ ਨੂੰ ਵਧਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਫॉर ऑल गुड IVF क्लिनिक्स मतलब ਇੰਪਲਾਂਟੇਸ਼ਨ ਰੇਟ ਦੀ ਡਿਸਕਸ਼ਨ ਜ਼ਿਆਦਾ ਹੁੰਦੀ ਹੈ ਪ੍ਰੈਗਨੈਂਸੀ ਰੇਟ ਨਾਲ। ਨੈਕਸਟ, ਸੋ ਸਫਲ ਭਰੂਣ ਇੰਪਲਾਂਟੇਸ਼ਨ ਭਰੂਣ ਅਤੇ ਬੱਚੇਦਾਨੀ ਵਿੱਚ ਹੋਣ ਵਾਲੇ ਸੰਪਰਕ ਉੱਤੇ ਨਿਰਭਰ ਕਰਦੀ ਹੈ। ਸੋ ਇਫ ਯੂ ਆਰ ਲੁਕਿੰਗ ਐਟ ਅ ਗੁੱਡ ਪ੍ਰੈਗਨੈਂਸੀ ਤੇ ਇਹ ਦੋ ਚੀਜ਼ਾਂ ਜਿਹੜੀਆਂ ਹੈ, ਅ ਗੁੱਡ ਐਮਬ੍ਰਿਓ ਐਂਡ ਅ ਗੁੱਡ ਐਂਡੋਮੀਟਰੀਅਮ ਆਰ ਰਿਕੁਆਇਰਡ। ਸੋ ਇਹਦੇ ਵਿੱਚ ਆਉਂਦੀ ਹੈ ਐਂਡੋਮੀਟਰੀਅਲ ਰਿਸੈਪਟਿਵਿਟੀ ਦੀ ਇੱਕ ਬਹੁਤ ਜ਼ਰੂਰੀ ਭੂਮਿਕਾ। ਨੈਕਸਟ, ਜਿਹੜੀ ਐਂਡੋਮੀਟਰੀਅਲ ਰਿਸੈਪਟਿਵਿਟੀ ਹੈ ਜਾਂ ਐਂਡੋਮੀਟਰੀਅਲ ਗ੍ਰਹਿਣਸ਼ੀਲਤਾ ਵੀ ਇਹਨੂੰ ਕਹਿ ਸਕਦੇ ਹਾਂ। ਐਂਡੋਮੀਟਰੀਅਮ ਉਸ ਵੇਲੇ ਰਿਸੈਪਟਿਵ ਹੁੰਦਾ ਹੈ ਜਦੋਂ ਜਿਹੜਾ ਭਰੂਣ ਹੈ ਉਹ ਇੰਪਲਾਂਟੇਸ਼ਨ ਦੇ ਵਾਪਰਨ ਲਈ ਤਿਆਰ ਹੁੰਦਾ ਹੈ, ਔਰ ਜਿਹੜਾ ਰਿਸੈਪਟਿਵਿਟੀ ਹੈ ਉਹ ਪ੍ਰੋਪਰ ਹੁੰਦੀ ਹੈ, ਔਰ ਉਸ ਟਾਈਮ ਨੂੰ ਅਸੀਂ ਇੱਕ ਵਿੰਡੋ ਆਫ ਇੰਪਲਾਂਟੇਸ਼ਨ ਦਾ ਨਾਮ ਦਿੰਦੇ ਆ, WOI। ਉਹਨੂੰ ਅਸੀਂ ਵਿੰਡੋ ਆਫ ਇੰਪਲਾਂਟੇਸ਼ਨ ਕਹਿੰਦੇ ਆ। ਹਰ ਔਰਤ ਵਿੱਚ ਇੱਕ ਵੱਖਰੀ ਵਿੰਡੋ ਹੁੰਦੀ ਹੈ। ਕਈ ਔਰਤਾਂ ਵਿੱਚ ਜਿਹੜੀ ਵਿੰਡੋ ਹੈ ਛੋਟੀ ਹੁੰਦੀ ਹੈ, ਜਾਂ ਕਈਆਂ ਚ ਡਿਸਪਲੇਸਡ ਹੋ ਜਾਂਦੀ ਹੈ, ਵਿਸਥਾਪਿਤ ਹੋ ਜਾਂਦੀ ਹੈ ਥੋੜੀ ਜੀ। ਔਰ ਇੰਪਲਾਂਟੇਸ਼ਨ ਲਈ ਜਿਹੜੀ ਪਰਸਨਲਾਈਜ਼ਡ ਵਿੰਡੋ ਹੈਗੀ ਹੈ, ਜੇ ਉਹ ਪਤਾ ਹੋਵੇ ਸਾਨੂੰ ਟ੍ਰਾਂਸਫਰ ਦੇ ਟਾਈਮ ਤੇ ਦੇਰ ਆਰ ਮੋਰ ਚਾਂਸਸ ਆਫ ਪ੍ਰੈਗਨੈਂਸੀ। ਆਪਾਂ ਪ੍ਰੈਗਨੈਂਸੀ ਰੇਟ ਜਿਹੜਾ ਹੈ ਉਹਨੂੰ ਵਧਾ ਸਕਦੇ ਹਾਂ। ਨੈਕਸਟ, ਸੋ एक्चुअली ERA की जांच हैगी है। ERA और ERA is the actual test, मतलब ਜਿਹੜੀ ਸਾਨੂੰ ਵਿੰਡੋ ਆਫ ਇੰਪਲਾਂਟੇਸ਼ਨ ਬਾਰੇ ਦੱਸ ਸਕਦੀ ਹੈ। ਇੱਕ ਉਹ ਟੈਸਟ ਹੈ ਜਿਹਦੇ ਵਿੱਚ ਉਸ ਨਿਰਧਾਰਿਤ ਟਾਈਮ ਦੇ ਵਿੱਚ ਹੀ ਉਹ ਜਿਹੜਾ ਆਪਾਂ ਐਮਬ੍ਰਿਓ ਟ੍ਰਾਂਸਫਰ ਕਰਨਾ ਹੈ, ਤਾਂ ਕਿ ਜਿਹੜੀ ਮੈਕਸਿਮਮ ਐਂਡੋਮੀਟਰੀਅਲ ਰਿਸੈਪਟਿਵਿਟੀ ਹੈ ਉਹ ਸਾਨੂੰ ਉਸ ਵੇਲੇ ਮਿਲ ਸਕੇ। ਐਕਚੁਅਲੀ ਜਿਹੜੀ ਵਿੰਡੋ ਆਫ ਇੰਪਲਾਂਟੇਸ਼ਨ ਹੈ, ਇਟ ਕਮਸ ਫਰੋਮ ਅ ਸਟੱਡੀ ਆਫ 238 जीन्स। एक जेनेटिक स्टडी है जो ਜੇ ਕਿਸੇ ਨੇ ਕਰਾਣੀ ਹੈ ਤੇ ਜ਼ਿੰਦਗੀ 'ਚ ਇੱਕੋ ਵਾਰੀ ਕਰਾਣੀ ਹੈ, ਬਿਕੋਜ਼ ਫਿਰ ਸਿੰਸ ਇਹ ਜਿਹੜੀ ਵਿੰਡੋ ਹੈ ਜੀਨਸ ਨਾਲ ਰਿਲੇਟਡ ਹੁੰਦੀ ਹੈ, ਇਹ ਕਦੀ ਚੇਂਜ ਨਹੀਂ ਹੁੰਦੀ ਫॉर ਲਾਈਫ। ਸੋ ਇਟ ਇਜ਼ ਵੈਰੀ ਇੰਪੋਰਟੈਂਟ ਜੇ ਸਾਨੂੰ ਪ੍ਰੈਗਨੈਂਸੀ ਨਹੀਂ ਮਿਲ ਰਹੀ। ਨੈਕਸਟ, ਸੋ ਇਹਨੂੰ ਅਸੀਂ ਕਿਸ ਲਈ ਯੂਜ਼ ਕਰਦੇ ਹਾਂ ERA ਟੈਸਟ ਨੂੰ? ਬਾਰ-ਬਾਰ ਇੰਪਲਾਂਟੇਸ਼ਨ ਅਸਫਲ ਹੋਣ ਵਾਲੇ ਜਿਹੜੇ ਪੇਸ਼ੈਂਟਸ ਹੈ, ਜਿਵੇਂ ਹੁਣ ਤੁਸੀਂ the previous one please, yeah। so ਜਿਵੇਂ ਬਾਰ-ਬਾਰ ਇੰਪਲਾਂਟੇਸ਼ਨ ਸਫਲ ਹੋ ਰਹੀ ਹੈ, ਆਪਣੇ ਐਮਬ੍ਰਿਓਜ਼ ਦੇ ਨਾਲ 2 ਵਾਰੀ ਤੋਂ ਜ਼ਿਆਦਾ ਪੇਸ਼ੈਂਟ ਟਰਾਈ ਕਰ ਚੁੱਕਾ ਹੈ, ਔਰ ਕਈ ਪੇਸ਼ੈਂਟਸ ਤਾਂ ਐਗ ਡੋਨੇਸ਼ਨ ਵੀ ਟਰਾਈ ਕਰ ਚੁੱਕੇ ਹੁੰਦੇ ਹੈ, ਜਿਹਦੇ ਵਿੱਚ ਲਾਈਨਿੰਗ ਬਹੁਤ ਅੱਛੀ ਬਣ ਰਹੀ ਹੈ, ਐਮਬ੍ਰਿਓਜ਼ ਬਹੁਤ ਅੱਛੇ ਅਸੀਂ ਪਾ ਰਹੇ ਹਾਂ, ਪਰ ਪ੍ਰੈਗਨੈਂਸੀ ਨਹੀਂ ਆ ਰਹੀ। ਇਨਡਾਇਰੈਕਟਲੀ ਇੰਪਲਾਂਟੇਸ਼ਨ ਹੀ ਅਸਫਲ ਹੋ ਰਹੀ ਹੈ। ਮੋਰਓਵਰ ਕਈ ਵਾਰੀ ਜਿਹੜੀਆਂ ਬੱਚੇਦਾਨੀ ਦੀਆਂ ਸਮੱਸਿਆਵਾਂ ਹੈਗੀਆਂ, ਜਿਵੇਂ ਜਮਾਂਦਰੂ ਹੈਗੀਆਂ, ਉਹਨਾਂ ਨੂੰ ਜਦੋਂ ਅਸੀਂ ਕਰੈਕਟ ਕਰ ਦਿੰਦੇ ਹਾਂ ਤੇ ਉਹਦੇ ਵਿੱਚ ਵੀ ਜਿਹੜਾ ERA ਹੈ ਉਹ ਕਰ ਲੈਣਾ ਚਾਹੀਦਾ ਹੈ। ERA ਦੇ ਵਿੱਚ ਕੋਈ ਫਰਕ ਨਹੀਂ ਪੈਂਦਾ, ਚਾਹੇ ਐਂਡੋਮੀਟਰੀਅਮ ਨਾਰਮਲ ਹੈਗਾ, ਐਟ੍ਰੋਫਿਕ ਹੈਗਾ ਜਾਂ ਹਾਈਪਰਟ੍ਰੋਫਿਕ ਹੈਗਾ। ਇਹ ਇੱਕ ਸੈਪਰੇਟ ਟੈਸਟ ਹੈ ਜਿਹੜਾ ਇਹਨਾਂ ਤਿੰਨਾਂ ਕੇਸਿਸ ਦੇ ਵਿੱਚ ਅਸੀਂ ਕਰ ਸਕਦੇ ਹਾਂ। ਨੈਕਸਟ, ਸੋ ERA ਕਿਵੇਂ ਕੀਤਾ ਜਾਂਦਾ ਹੈ? ਜਾਂ ਤੇ ਇੱਕ ਕੁਦਰਤੀ ਨੈਚੁਰਲ ਸਾਈਕਲ ਜਿਹੜਾ ਹੈਗਾ ਪੇਸ਼ੈਂਟ ਦਾ, ਅਸੀਂ ਉਹਦੇ ਵਿੱਚ ਵੀ ਕਰ ਸਕਦੇ ਹੈਗੇ ਆ, ਜਾਂ ਅਸੀਂ ਪੇਸ਼ੈਂਟ ਦਾ ਇੱਕ HRT ਸਾਈਕਲ ਲੈਂਦੇ ਆ, ਜਿਹਦੇ ਵਿੱਚ ਅਸੀਂ ਪੀਰੀਅਡਸ ਦੇ ਸੈਕਿੰਡ ਡੇ ਤੇ
ਪੇਸ਼ੈਂਟ ਨੂੰ ਈਸਟ੍ਰੋਜਨਸ ਸ਼ੁਰੂ ਕਰਦੇ ਹਾਂ, ਜਿਸ ਦਿਨ ਉਹਦੀ ਲਾਈਨਿੰਗ ਬਹੁਤ ਅੱਛੀ ਹੁੰਦੀ ਹੈ ਉਸ ਦਿਨ ਉਹਦਾ P4 ਕਰਾ ਕੇ 5 ਦਿਨ ਦਾ ਪ੍ਰੋਜੈਸਟਰੋਨ ਐਡ ਕਰਕੇ ਪ੍ਰੋਜੈਸਟਰੋਨ ਦੇ 6ਵੇਂ ਦਿਨ ਅਸੀਂ ਇੱਕ ਛੋਟੀ ਜਿਹੀ ਐਂਡੋਮੀਟਰੀਅਲ ਬਾਇਓਪਸੀ ਲੈਣੇ ਹੈਗੇ ਆ ਪੇਸ਼ੈਂਟ ਦੀ, ਜਿਹਨੂੰ ਅਸੀਂ ਫਿਰ ਟਿਊਬਿੰਗ ਕਰਕੇ ਤੇ ਜੈਨੇਟਿਕ ਐਨਾਲਿਸਿਸ ਲਈ ਭੇਜ ਦਿੰਦੇ ਆ। ਸੋ ਜੇ ਆਪਾਂ ਈਰਾ ਕਰਨਾ ਹੈ ਤੇ ਫਰੈਸ਼ ਟ੍ਰਾਂਸਫਰ ਪੋਸੀਬਲ ਨਹੀਂ ਹੁੰਦਾ। ਜਦੋਂ ਈਰਾ ਹੁੰਦਾ ਹੈ ਪੇਸ਼ੈਂਟ ਦਾ ਤੇ ਮੋਸਟ ਆਫ ਦਾ ਟਾਈਮਸ ਫਰੋਜ਼ਨ ਐਮਬ੍ਰਿਓ ਟ੍ਰਾਂਸਫਰ ਹੀ ਸਾਨੂੰ ਕਰਨਾ ਪੈਂਦਾ ਹੈ। ਨੈਕਸਟ, ਨਤੀਜਿਆਂ ਦੀ ਜੇ ਵਿਆਖਿਆ ਕਰੀਏ ਕਿ ਇਹਦਾ ਰਿਜ਼ਲਟ ਕਿਸ ਤਰ੍ਹਾਂ ਆਉਂਦਾ ਹੈਗਾ, ਜਾਂ ਤਾਂ ਰਿਜ਼ਲਟ ਸਾਡਾ ਆਏਗਾ ਰਿਸੈਪਟਿਵ ਜਾਂ ਆਏਗਾ ਨਾਨ ਰਿਸੈਪਟਿਵ। ਸੋ ਐਮਬ੍ਰਿਓ ਟ੍ਰਾਂਸਫਰ ਨੂੰ ਉਨਾ ਹੀ ਹਾਲਾਤਾਂ ਤੇ ਸਮੇਂ ਵਿੱਚ ਕਰਨਾ ਚਾਹੀਦਾ ਹੈ ਜਿੱਦਾਂ ਤੁਸੀਂ ਬਾਇਓਪਸੀ ਲਈ ਸੀ। ਯੂ ਹੈਵ ਟੂ ਚੀਟ ਦ ਸਾਈਕਲ। ਜਦੋਂ ਤੁਸੀਂ ਬਾਇਓਪਸੀ ਲਈ ਸੀ ਐਗਜ਼ੈਕਟਲੀ ਉਨੀ ਹੀ ਤੁਸੀਂ ਈਸਟ੍ਰੋਜਨ ਦੇਣੀ ਹੈ, ਉਹਨਾਂ ਦਿਨਾਂ 'ਚ ਹੀ ਉਨਾ ਹੀ ਪ੍ਰੋਜੈਸਟਰੋਨ ਦੇਣਾ ਹੈ, ਔਰ ਉਹੀ ਵਾਲਾ ਪ੍ਰੋਜੈਸਟਰੋਨ ਦੇਣਾ ਹੈ ਜਿਹੜਾ ਤੁਸੀਂ ਪਹਿਲੇ ਯੂਜ਼ ਕੀਤਾ ਸੀ, ਔਰ ਟ੍ਰਾਂਸਫਰ ਕਰ ਦੇਣਾ ਹੈ, ਕਿਉਂਕਿ ਤੁਹਾਡੀ ਰਿਪੋਰਟ ਜਿਹੜੀ ਆਈ ਹੈ ਉਹ ਆਈ ਹੈ ਰਿਸੈਪਟਿਵ, ਔਰ ਉਹਨਾਂ ਦਿਨਾਂ 'ਚ ਜੇ ਤੁਸੀਂ ਐਮਬ੍ਰਿਓ ਪਾਉਂਦੇ ਹੋ ਤੇ ਵਿੰਡੋ ਆਫ ਇੰਪਲੈਂਟੇਸ਼ਨ ਖੁੱਲੀ ਹੁੰਦੀ ਹੈ। ਹੁਣ ਜਿਹੜੀ ਨਾਨ ਰਿਸੈਪਟਿਵ ਰਿਪੋਰਟ ਆਉਂਦੀ ਹੈ ਉਹਦੇ ਵਿੱਚ ਜਾਂ ਇਹ ਰਿਪੋਰਟ ਪ੍ਰੀ ਰਿਸੈਪਟਿਵ ਹੋਏਗੀ ਜਾਂ ਇਹ ਪੋਸਟ ਰਿਸੈਪਟਿਵ ਹੋਏਗੀ। ਇਹਨੂੰ ਅਸੀਂ ਅੱਗੇ ਐਕਸਪਲੇਨ ਕਰਦੇ ਹਾਂ। ਨੈਕਸਟ, ਸੋ ਇਹ ਇੱਕ ਰਿਪੋਰਟ ਹੈਗੀ ਹੈ ਜਿਹਦੇ ਵਿੱਚ ਪ੍ਰੀ ਰਿਸੈਪਟਿਵ ਆਇਆ ਹੈਗਾ, ਜਿਹੜੀ ਅਸੀਂ ਬਾਇਓਪਸੀ ਲਈ ਹੈ। ਇਹਦਾ ਮਤਲਬ ਜਿਹੜੀ ਵਿੰਡੋ ਖੁੱਲਣੀ ਹੈ ਉਹ ਉਸਦੇ ਕੁਝ ਘੰਟਿਆਂ ਬਾਅਦ ਖੁੱਲਣੀ ਹੈ, ਔਰ ਉਸ ਤੋਂ ਬਾਅਦ ਜਿਹੜੀ ਇਹ ਰਿਪੋਰਟ ਆਈ ਹੈ ਉਹਨੇ ਐਗਜ਼ੈਕਟਲੀ ਮੈਂਸ਼ਨ ਕੀਤਾ ਹੈ ਕਿ ਇੰਨੀ ਪ੍ਰੋਜੈਸਟਰੋਨ ਦੇਣ ਤੋਂ ਬਾਅਦ ਹੀ ਤੁਸੀਂ ਇਹ ਟ੍ਰਾਂਸਫਰ ਕਰਨਾ ਹੈ। ਨੈਕਸਟ, ਜਿਹੜੀ ਇਹ ਰਿਸੈਪਟ ਹੈਗੀ ਹੈ ਇਹ ਪੋਸਟ ਰਿਸੈਪਟਿਵ ਆਈ ਹੈ। ਜਦੋਂ ਅਸੀਂ ਇਹ ਬਾਇਓਪਸੀ ਲਈ ਸੀ ਉਦੋਂ ਵਿੰਡੋ ਆਫ ਇੰਪਲੈਂਟੇਸ਼ਨ ਜਿਹੜੀ ਹੈ ਉਹ ਨਿਕਲ ਚੁੱਕੀ ਸੀ। ਸੋ ਜਿਹੜੇ ਟਾਈਮ ਤੇ ਬਾਇਓਪਸੀ ਲਈ ਹੈ ਉਸ ਤੋਂ 12 ਘੰਟੇ ਪਹਿਲੇ ਜੇ ਅਸੀਂ ਟ੍ਰਾਂਸਫਰ ਕਰੀਏ ਤੇ ਜਿਹੜੀ ਵਿੰਡੋ ਆਫ ਇੰਪਲੈਂਟੇਸ਼ਨ ਹੈਗੀ ਹੈ ਉਹ ਖੁੱਲੀ ਹੈਗੀ ਸੀ। ਇਸ ਤਰ੍ਹਾਂ ਇਹ ਜਿਹੜੇ ਟੈਸਟ ਹੈਗੇ ਆ ਸਾਨੂੰ ਗਾਈਡ ਕਰਦੇ ਆ ਕਿ ਜੇ ਕੋਈ ਫਿਕਸ ਟਾਈਮ ਤੇ ਐਮਬ੍ਰਿਓ ਟ੍ਰਾਂਸਫਰ ਹੋਣਾ ਹੈ ਤੇ ਉਹ ਸਾਨੂੰ ਉਦੋਂ ਹੀ ਕਰਨਾ ਚਾਹੀਦਾ ਹੈ। ਨੈਕਸਟ, ਸੋ ਕਲੀਨਿਕਲ ਰਿਜ਼ਲਟਸ ਦੇ ਵਿੱਚ ਮੈਂ ਤੁਹਾਨੂੰ ਇਹ ਦੱਸਣਾ ਚਾਹਾਂਗੀ ਕਿ ਜੇ ਆਪਾਂ ਇੱਕ ਡਾਟਾ ਦੇਖੀਏ, ਜਿਹੜਾ ਇੰਪਲੈਂਟੇਸ਼ਨ ਰੇਟ ਹੈ ਉਹ ਜੇ ਅਸੀਂ ਈਰਾ ਕੀਤਾ ਹੋਇਆ ਤੇ 10.8% ਤੋਂ 40% ਹੋ ਗਿਆ ਹੈ। ਜਿਹੜਾ ਪ੍ਰੈਗਨੈਂਸੀ ਰੇਟ ਹੈ ਉਹ ਤਾਂ ਬਹੁਤ ਵਧੀਆ ਹੈ, 20 ਤੋਂ ਅਰਾਊਂਡ 60 ਪਹੁੰਚ ਗਿਆ ਹੈ। ਤੇ ongoing pregnancy rate becomes really wonderful, and ਜਿਹੜਾ clinical abortions ਵਾਲਾ rate ਹੈ ਉਹ almost 0% ਹੋ ਜਾਂਦਾ ਹੈ ਕਈ ਪੇਸ਼ੈਂਟਸ ਲਈ, ਔਰ ਜਿਹੜੀ ਬਾਇਓਕੈਮੀਕਲ ਪ੍ਰੈਗਨੈਂਸੀ ਹੈਗੀ ਹੈ ਉਹ ਜਿਹੜੀ ਹੈ ਉਹ ਵੀ ਘਟਦੀ ਹੈ ਜੇ ਤੁਸੀਂ ਪੇਸ਼ੈਂਟ ਦਾ ਈਰਾ ਕੀਤਾ ਹੋਇਆ। ਨੈਕਸਟ ਪਲੀਜ਼। ਸੋ ਆਫਟਰ ਡਿਸਕਸ਼ਨ ਆਫ ਈਰਾ ਅਸੀਂ ਹੁਣ ਨੈਕਸਟ ਐਡਵਾਂਸਮੈਂਟਸ ਤੇ ਜਾਣੇ ਹੈਗੇ ਆ, ਔਰ ਜਿਹੜੀ ਨੈਕਸਟ ਐਡਵਾਂਸਮੈਂਟ ਅਸੀਂ ਡਿਸਕਸ ਕਰਾਂਗੇ ਉਹ ਹੈਗੀ ਹੈ ਪ੍ਰੀ ਇੰਪਲੈਂਟੇਸ਼ਨ ਜੈਨੇਟਿਕ ਟੈਸਟਿੰਗ, ਸ਼ਾਰਟ ਫਾਰਮ PGT। ਨੈਕਸਟ, ਜਿਹੜੀ PGT ਦੀ ਟੈਕਨੀਕ ਹੈ ਇਹ PGT ਸਿਹਤਮੰਦ ਭਰੂਣ ਚੁਣਨ ਲਈ IVF ਤਕਨੀਕ ਦੇ ਮਾਧਿਅਮ ਨਾਲ ਤਿਆਰ ਹੋਏ ਭਰੂਣ ਲਈ ਇੱਕ ਜੈਨੇਟਿਕ ਜਾਂਚ ਹੈ, ਔਰ ਸਾਨੂੰ ਜੇ ਅਸੀਂ ਇਹ ਪਤਾ ਕਰਨਾ ਹੈ ਕਿ PGT ਦੀ ਲੋੜ ਕਿਸ ਨੂੰ ਹੁੰਦੀ ਹੈ। ਔਰਤਾਂ ਜਿਨ੍ਹਾਂ ਦੀ ਉਮਰ ਵਧਣ ਨਾਲ ਅੰਡਿਆਂ ਦੀ ਜਿਹੜੀ ਸੰਖਿਆ ਉਹ ਘੱਟ ਹੁੰਦੀ ਹੈ, ਔਰ ਉਹਨਾਂ ਦੀ ਕੁਆਲਿਟੀ ਵੀ ਕਈ ਵਾਰੀ ਘੱਟ ਹੁੰਦੀ ਹੈ ਤੇ ਘੱਟ ਹੀ ਭਰੂਣ ਤਿਆਰ ਹੁੰਦੇ ਆ। ਇਹਨਾਂ ਵਿੱਚੋਂ ਕੁਝ ਭਰੂਣ ਜਿਹੜੇ ਹੈ ਉਹਨਾਂ 'ਚ ਐਬਨੋਰਮਲ ਕ੍ਰੋਮੋਸੋਮ ਪੈਟਰਨ ਹੁੰਦਾ ਹੈ ਜਿਹੜਾ ਕਿ ਤੁਸੀਂ PGT ਰਾਹੀਂ ਪਤਾ ਲਗਾ ਸਕਦੇ ਹੋ। ਇਹਨਾਂ ਭਰੂਣ ਦੇ ਨਾਲ ਜਾਂ ਤਾਂ ਪ੍ਰੈਗਨੈਂਸੀ ਕਈ ਵਾਰੀ ਨਹੀਂ ਹੁੰਦੀ, ਜਾਂ ਅਰਲੀ ਅਬੋਰਸ਼ਨ ਹੋ ਸਕਦਾ ਹੈ, ਔਰ ਜਾਂ ਐਬਨੋਰਮਲ ਬੇਬੀ ਹੋਣ ਦਾ ਵੀ ਖਤਰਾ ਹੁੰਦਾ ਹੈ। ਤੇ ਇਸ ਕਰਕੇ ਜਿਹੜੀ ਬਾਡੀ ਹੈ ਕਈ ਵਾਰੀ ਉਹ ਇਹਨਾਂ ਨੂੰ ਐਕਸੈਪਟ ਹੀ ਨਹੀਂ ਕਰਦੀ ਔਰ ਪ੍ਰੈਗਨੈਂਸੀ ਨਹੀਂ ਹੀ ਆਉਂਦੀ। ਬਟ ਆਲਸੋ ਜੇ ਬਾਰ-ਬਾਰ ਮਿਸਕੈਰੇਜ ਹੋ ਰਿਹਾ ਹੈ ਤੇ ਤਾਂ ਵੀ ਸਾਨੂੰ PGT ਰਾਹੀਂ ਪਤਾ ਲੱਗ ਸਕਦਾ ਹੈਗਾ ਕਿ ਜਿਹੜਾ ਅਬੋਰਸ਼ਨ ਹੈ ਇਹ ਜੈਨੇਟਿਕ ਰੀਜ਼ਨ ਕਰਕੇ ਤਾਂ ਨਹੀਂ ਹੋ ਰਿਹਾ। ਬਾਕੀ ਜੇ ਕੋਈ ਪਰਿਵਾਰਿਕ ਫੈਮਿਲੀ ਲਾਈਨਸ ਦੇ ਵਿੱਚ ਕੋਈ ਨੋਨ ਜੈਨੇਟਿਕ ਡਿਜ਼ੀਜ਼ ਹੈ ਤੇ then PGT can also help that patient. Next. ਸੋ ਪ੍ਰੀ ਇੰਪਲੈਂਟੇਸ਼ਨ ਜੈਨੇਟਿਕ ਟੈਸਟਿੰਗ ਦੀਆਂ ਕਿਸਮਾਂ ਹੈਗੀਆਂ। ਜਿਹੜਾ PGT A ਹੈ ਉਹ ਐਨੂਪਲੋਇਡੀ ਨੂੰ ਚੈੱਕ ਕਰਦਾ ਹੈ, ਜਿਹੜਾ ਜਿਹੜੇ ਕ੍ਰੋਮੋਸੋਮਸ ਹੈ ਉਹਨਾਂ ਦੀ ਸੰਖਿਆ ਦਾ ਪਤਾ ਲਗਾਉਣਾ।
ਤੇ ਜਿਹੜਾ PGT-SR ਹੈ ਉਹ ਕ੍ਰੋਮੋਸੋਮ ਦੀ ਸਹੀ ਵਿਵਸਥਾ ਬਾਰੇ ਪਤਾ ਕਰਦਾ ਹੈ ਤੇ ਜਿਹੜਾ PGT-M ਹੈ ਉਹ ਮੋਨੋਸੋਮਿਕ ਜੀਨਸ ਦੀ ਚੈੱਕਅਪ ਲਈ ਹੈਗਾ। ਜਿਵੇਂ ਹੁਣ ਕੋਈ ਪਰਿਵਾਰ ਦੇ ਵਿੱਚ ਇੱਕ ਪ੍ਰਚਲਿਤ ਜਾਣੀ ਪਛਾਣੀ ਬਿਮਾਰੀ ਹੈ, ਉਹਨੂੰ ਸਕਰੀਨ ਆਊਟ ਕਰਨ ਲਈ ਅਸੀਂ PGT-M ਦਾ ਸਹਾਰਾ ਲੈਂਦੇ ਹਾਂ। ਨੈਕਸਟ, ਸੋ the main thing is ਕਿ ਸਭ ਤੋਂ ਬਿਹਤਰ ਭਰੂਣ ਚੁਣਨ ਲਈ, ਇੱਕ ਸਿਹਤਮੰਦ ਬੱਚਾ ਹਾਸਿਲ ਕਰਨ ਲਈ ਸਾਨੂੰ ਜਿਹੜੇ ਭਰੂਣ ਹੈ ਉਹਨਾਂ ਦੀ ਵਿਕਾਰਤਾ ਦਾ ਕੀ ਮੁਲਾਂਕਣ ਕਰਨਾ ਚਾਹੀਦਾ ਹੈ। ਜਿਹੜੇ ਭਰੂਣ ਹੈ ਉਹਨਾਂ ਦੀ ਜਦੋਂ ਤੁਸੀਂ ਭਰੂਣ ਨੂੰ ਚੈੱਕ ਕਰ ਲੈਂਦੇ ਹੋ, ਜਿਹੜਾ ਐਮਬ੍ਰਿਓ ਹੈ ਉਹਦੀ ਕੁਆਲਿਟੀ ਅੱਛੀ ਹੁੰਦੀ ਹੈ, ਉਹ ਅਬੋਰਸ਼ਨ ਦੇ ਰੇਟ ਨੂੰ ਘਟਾਉਂਦਾ ਹੈ ਔਰ ਐਨੂਪਲੋਇਡੀ ਕਰਕੇ ਜਿਹੜਾ ਬੱਚਾ ਐਬਨੋਰਮਲ ਪੈਦਾ ਹੋ ਸਕਦਾ ਹੈ ਉਸ ਚੀਜ਼ ਨੂੰ ਜਿਹੜਾ ਹੈ ਟੇਕ ਕੇਅਰ ਕਰਦਾ ਹੈ। ਪੀਜੀਟੀ ਲਈ ਫ੍ਰੀਕੁਐਂਟਲੀ ਜਿਹੜੀਆਂ ਇੰਡੀਕੇਸ਼ਨਸ ਹੈਗੀਆਂ, ਜਿਹੜੀਆਂ ਅਸੀਂ ਕਿਹੜੇ ਪੇਸ਼ੈਂਟਸ ਨੂੰ ਅਸੀਂ ਪੀਜੀਟੀ ਐਡਵਾਈਸ ਕਰਦੇ ਹਾਂ, more than 35 years age ਦੇ ਵਿੱਚ ਪੀਜੀਟੀ ਇੰਡੀਕੇਟਡ ਹੈ। ਜੇ ਇੰਪਲਾਂਟੇਸ਼ਨ ਫੇਲਿਅਰਸ ਹੋ ਰਹੇ ਹੈ, ਰੈਕਰੈਂਟ ਅਬੋਰਸ਼ਨਸ ਹੋ ਰਹੇ ਹੈ ਜਾਂ ਕੋਈ ਸਿਵੀਅਰ ਮੇਲ ਫੈਕਟਰ ਹੈਗਾ ਤਾਂ ਪੀਜੀਟੀ ਕੈਨ ਹੈਲਪ। ਔਰ ਸਮਟਾਈਮਸ ਜਿਹੜਾ ਪੇਸ਼ੈਂਟ ਹੈ ਉਹੀ ਰਿਕੁਐਸਟ ਤੁਹਾਨੂੰ ਕਰਦਾ ਹੈਗਾ ਔਰ ਫਿਰ the clinician and the doctor, they can discuss and go ahead with the PGT. Next. So ਇਹ ਇੱਕ ਗ੍ਰਾਫ ਹੈ ਜਿਹੜਾ ਕਿ ਇਹ ਦੱਸਦਾ ਹੈ ਕਿ ਬਹੁਤ ਸਾਰੇ ਐਗਸ ਹੁੰਦੇ ਹੈਗੇ ਆ ਓਵਰੀ ਦੇ ਵਿੱਚ ਜਦੋਂ ਇੱਕ ਲੜਕੀ ਦਾ ਜਨਮ ਹੁੰਦਾ ਹੈ। ਉਸ ਤੋਂ ਬਾਅਦ ਸਾਰੀ ਉਮਰ ਇਹ ਜਿਹੜੇ ਐਗਸ ਹੈ ਉਹ ਘਟਦੇ ਜਾਂਦੇ ਆ। ਸੋ ਜਵਾਨੀ ਵਿੱਚ ਐਗਸ ਕਾਫੀ ਹੁੰਦੇ ਆ। ਉਸ ਤੋਂ ਬਾਅਦ ਜਿਹੜਾ ਮੋਸਟ ਫਰਟਾਈਲ ਪੀਰੀਅਡ ਹੈਗਾ ਕਾਊਂਟਡ ਬਿਟਵੀਨ 20 to 30 and we would say that fertility starts decreasing at 35. ਜੇ ਤੁਸੀਂ ਇਸ ਗ੍ਰਾਫ ਨੂੰ ਕਲੋਜ਼ਲੀ ਦੇਖੋਗੇ 35 ਤੋਂ ਇਹ ਗ੍ਰਾਫ ਥੱਲੇ ਜਾਣਾ ਸ਼ੁਰੂ ਹੋ ਜਾਂਦਾ ਹੈ ਔਰ ਮੇਨੋਪੌਜ਼ ਹੋ ਜਾਂਦਾ ਹੈ ਅਰਾਊਂਡ ਦੀ ਏਜ ਆਫ 50। ਸੋ ਉਮਰ ਨਾਲ ਘੱਟ ਹੋਣ ਵਾਲੇ ਅੰਡਾਣੂ ਦੀ ਸਥਾਈ ਸੰਖਿਆ ਹੁੰਦੀ ਹੈ ਔਰ ਜਿਹੜੇ ਬਚੇ ਹੋਏ ਅੰਡਾਣੂ ਹੁੰਦੇ ਹੈ ਜਦੋਂ ਏਜ ਜ਼ਿਆਦਾ ਹੋ ਜਾਂਦੀ ਹੈ ਉਹਨਾਂ ਦੀ ਕੁਆਲਿਟੀ ਬਹੁਤ ਅੱਛੀ ਨਹੀਂ ਹੁੰਦੀ। ਨੈਕਸਟ, ਸੋ ਨਾਰਮਲ ਐਮਬ੍ਰਿਓਜ਼ ਦੀ ਪਰਸੈਂਟੇਜ ਜੇ ਅਸੀਂ ਉਮਰ ਦੇ ਲਿਹਾਜ਼ ਨਾਲ ਦੇਖਣੀ ਹੋਵੇ, ਜੇ ਪੇਸ਼ੈਂਟ ਦੀ ਏਜ ਹੈਗੀ ਹੈ ਲੈਸ ਦੈਨ 30, 45 to 50% of the embryos are normal. At 35, 30 to 40% are normal. Once she touches 40, ਜੇ ਕੋਈ 40 ਸਾਲ ਦੀ ਲੇਡੀ ਹੈਗੀ ਹੈ ਉਹਨਾਂ ਦੇ 20 ਤੋਂ 30% ਐਮਬ੍ਰਿਓਜ਼ ਜਿਹੜੇ ਆ ਕ੍ਰੋਮੋਸੋਮਲੀ ਨਾਰਮਲ ਹੋਣਗੇ ਔਰ more than 40, even less than 20% are chromosomally normal. So ਉਸੇ ਤਰ੍ਹਾਂ ਫਿਰ ਜਿਹੜਾ ਪ੍ਰੈਗਨੈਂਸੀ ਰੇਟ ਹੈ ਉਹ ਵੀ ਏਜ ਦੇ ਨਾਲ ਜਿਹੜਾ ਹੈ ਉਹ ਘਟਦਾ ਜਾਂਦਾ। ਨੈਕਸਟ, ਪੀਜੀਟੀ ਲਈ ਹੋਰ ਜਿਹੜੇ ਕਾਰਨ ਹੈਗੇ ਹੈ, ਜੋੜੇ ਵਿੱਚੋਂ ਜਿਵੇਂ ਕਿਸੇ ਇੱਕ ਸਾਥੀ ਵਿੱਚ ਕੋਈ ਕ੍ਰੋਮੋਸੋਮਲ ਐਬਨੋਰਮੈਲਿਟੀ ਹੈ ਜਿਹੜੀ ਨੋਨ ਹੈ ਤੇ ਉਹਦੇ ਵਿੱਚ 25% ਚਾਂਸ ਹੈਗਾ ਕਿ ਐਬਨੋਰਮਲ ਐਮਬ੍ਰਿਓ ਬਣ ਸਕਦਾ ਹੈਗਾ ਔਰ ਫਿਰ ਅਬੋਰਸ਼ਨ ਵੀ ਹੁੰਦਾ ਹੈ। then normally the patient is advised PGT-SR। ਤੇ ਜੇ ਕੋਈ ਪਰਿਵਾਰਿਕ ਬਿਮਾਰੀ ਹੈਗੀ ਹੈ ਜਿਹਦੇ ਕਰਕੇ ਐਬਨੋਰਮਲ ਐਮਬ੍ਰਿਓਜ਼ ਬਣਨਗੇ ਜਾਂ ਜਿਹੜੀ ਸੰਤਾਨ ਹੋਏਗੀ ਉਹਨੂੰ ਕੋਈ ਬਿਮਾਰੀ ਹੋਏਗੀ ਉਸ ਕੇਸ ਦੇ ਵਿੱਚ ਆਪਾਂ PGT-M ਐਡਵਾਈਸ ਕਰ ਸਕਦੇ ਹੈਗੇ ਆ ਪੇਸ਼ੈਂਟ। ਨੈਕਸਟ, ਸੋ ਪ੍ਰੀ ਇੰਪਲਾਂਟੇਸ਼ਨ ਡਿਸਕਸ਼ਨ ਜੇ ਆਪਾਂ ਕਰੀਏ ਇਹਦੇ ਵਿੱਚ ਵੀ ਮੇਨ ਪਰਪਸ ਆਪਣਾ ਇਹ ਹੈਗਾ ਕਿ ਟ੍ਰਾਂਸਫਰ ਕੀਤੇ ਜਾਣ ਯੋਗ ਸਭ ਤੋਂ ਬਿਹਤਰ ਭਰੂਣ ਦੀ ਅਸੀਂ ਚੋਣ ਕਰਨੀ ਹੈ। ਜੇ ਆਪਾਂ ਪੁਰਾਣੇ ਟਾਈਮ ਦੀ ਗੱਲ ਕਰੀਏ, ਇਤਿਹਾਸਿਕ ਗੱਲ ਕਰੀਏ ਤੇ ਇਸ ਟੈਕਨੀਕ ਨੂੰ PGD ਕਿਹਾ ਜਾਂਦਾ ਸੀਗਾ ਔਰ ਮੌਜੂਦਾ ਸਿਚੁਏਸ਼ਨ ਦੇ ਵਿੱਚ ਜਿਹੜੇ ਐਡਵਾਂਸਸ ਆਏ ਹੈ ਉਹਦੇ ਕਰਕੇ ਇਟ ਹੈਜ਼ ਬੀਨ ਡਿਵਾਈਡਡ ਇਨਟੂ PGT-A, PGT-SR and PGT-M। ਸੋ ਜੇ ਇੱਕ ਲੇਮੈਨ ਲੈਂਗੁਏਜ ਵਿੱਚ ਇਹ ਗੱਲ ਕੀਤੀ ਜਾਵੇ, ਜੇ ਤੁਸੀਂ PGT-A ਕਰ ਰਹੇ ਹੋ ਤੁਸੀਂ ਕ੍ਰੋਮੋਸੋਮ ਨੰਬਰਸ ਜਾਂਚ ਰਹੇ ਹੋ, ਐਨੂਪਲੋਇਡੀ ਦੀ ਜਾਂਚ ਕਰ ਰਹੇ ਹੋ
ਤੇ ਤੁਸੀਂ ਦੇਖਣਾ ਹੈ ਕਿ ਕਿਤਾਬ ਰੱਖਣੀ ਕਿੱਥੇ ਹੈ। ਫਿਰ ਤੁਸੀਂ ਜੇ ਚੈਪਟਰ ਡਿਸਾਈਡ ਕਰਨੇ ਆ ਤੇ ਪੀਜੀਟੀ ਐਸਆਰ ਆ ਜਾਂਦਾ ਹੈਗਾ। ਔਰ ਜਿਹੜੀ ਪੀਜੀਟੀ ਐਮ ਦੀ ਟੈਕਨੀਕ ਹੈ ਉਹ ਗਲਤ ਅੱਖਰ ਨੂੰ ਵੀ ਫੜ ਲੈਂਦੀ ਹੈ। ਸੋ ਇਹਦੇ ਨਾਲ ਐਕਚੁਅਲੀ ਤੁਸੀਂ ਇੱਕ ਨਾਰਮਲ ਕ੍ਰੋਮੋਸੋਮਲ ਐਮਬ੍ਰਿਓ ਜਿਹੜਾ ਹੈ ਉਹ ਸਿਲੈਕਟ ਕਰ ਸਕਦੇ ਹੋ। ਨੈਕਸਟ। ਸੋ ਇਹ ਪ੍ਰਕਿਰਿਆ ਕਿਸ ਤਰ੍ਹਾਂ ਕੀਤੀ ਜਾਂਦੀ ਹੈ, ਜਿਵੇਂ ਅਸੀਂ ਡਾਇਗਰਾਮੈਟਿਕ ਵੇ ਨਾਲ ਇਹਨੂੰ ਦੇਖ ਰਹੇ ਹਾਂ ਕਿ ਸਭ ਤੋਂ ਪਹਿਲੇ ਇਕਸੀ ਹੁੰਦੀ ਹੈ। ਇਕਸੀ ਦੇ ਵਿੱਚ ਆਪਾਂ 5ਵੇਂ ਦਿਨ ਤੱਕ ਇਹਨਾਂ ਐਮਬ੍ਰਿਓਜ਼ ਨੂੰ ਜਿਹੜਾ ਲੈਬ ਦੇ ਵਿੱਚ ਗਰੋ ਕਰਦੇ ਆ ਔਰ ਇੱਕ ਬਲਾਸਟੋਸਿਸਟ ਬਣ ਜਾਂਦਾ ਹੈ। ਫਿਰ ਲੇਜ਼ਰ ਅਸਿਸਟਡ ਇੱਕ ਛੋਟਾ ਜਿਹਾ ਪੀਸ ਟੋਫੈਕਟੋਡਰਮ ਚੋਂ ਕੱਢ ਕੇ ਉਹਦੀ ਟਿਊਬਿੰਗ ਕਰਕੇ ਉਹਨੂੰ ਜੈਨੇਟਿਕ ਲੈਬ ਵਿੱਚ ਭੇਜ ਦਿੱਤਾ ਜਾਂਦਾ ਹੈ। ਔਰ ਜਿਹੜੇ ਭਰੂਣ ਹੈਗੇ ਆ ਉਹਨਾਂ ਨੂੰ ਲੇਬਲ ਕਰਕੇ ਫ੍ਰੀਜ਼ ਕਰ ਦਿੱਤਾ ਜਾਂਦਾ ਹੈ। ਫੋਰ ਐਗਜ਼ਾਮਪਲ ਅਸੀਂ 4 ਭਰੂਣ ਹੈਗੇ ਆ, ਉਹਨਾਂ ਦੀ ਅਸੀਂ ਚੈੱਕ ਕੀਤਾ ਹੈਗਾ ਤੇ ਉਹਨਾਂ ਨੂੰ ABCD ਕਰਕੇ ਲੇਬਲ ਕੀਤਾ ਜਾਂਦਾ ਹੈ। ਉਸ ਤੋਂ ਬਾਅਦ ਜਦੋਂ ਜੈਨੇਟਿਕ ਐਨਾਲਿਸਿਸ ਸਾਡੇ ਕੋਲ ਵਾਪਸ ਆਉਂਦਾ ਹੈ ਉਹਦੇ ਵਿੱਚ ਸਾਨੂੰ ਇਹ ਪਤਾ ਲੱਗ ਜਾਂਦਾ ਕਿ ਇਹਨਾਂ ਚੋਂ ਕਿਹੜਾ ਭਰੂਣ ਕ੍ਰੋਮੋਸੋਮਲੀ ਨਾਰਮਲ ਹੈਗਾ ਔਰ ਕਿਹੜਾ ਐਬਨੋਰਮਲ ਹੈਗਾ। ਫਿਰ ਅਸੀਂ ਉਹੀ ਭਰੂਣ ਟ੍ਰਾਂਸਫਰ ਕਰਦੇ ਹੈਗੇ ਆ ਜਿਹੜਾ ਕ੍ਰੋਮੋਸੋਮਲੀ ਨਾਰਮਲ ਹੈ, ਹੋਪਿੰਗ ਫॉर ਅ ਗੁੱਡ ਪ੍ਰੈਗਨੈਂਸੀ। ਸਪੈਨਿਸ਼ IVI ਕਲੀਨਿਕਸ 2011-12 ਦੀ ਡਾਟਾ ਹੈਗੀ ਹੈ, ਜਿਹਦੇ ਵਿੱਚ ਤੁਹਾਨੂੰ ਇਹ ਦੱਸਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ percentage of abnormal embryos ਜੇ ਇੱਕ ਗੁੱਡ ਪ੍ਰੋਗਨੋਸਿਸ ਪੇਸ਼ੈਂਟ ਨੂੰ ਆਪਾਂ ਲਈਏ it is 44.9% still। ਔਰ ਜੇ ਸਿਵੀਅਰ ਮੇਲ ਫੈਕਟਰ ਹੈ 60% of the embryos ਜਿਹੜੇ ਹੈ ਉਹ ਕ੍ਰੋਮੋਸੋਮਲੀ abnormal ਹੋ ਸਕਦੇ ਹੈ। recurrent abortions 68%, recurrent implantation failures ਦੇ ਵਿੱਚ 65%, ਤੇ ਸਭ ਤੋਂ ਜ਼ਿਆਦਾ abnormal percentage ਹੈਗੀ ਹੈ 80% ਜੇ ਮਾਂ ਦੀ ਉਮਰ ਜਿਹੜੀ ਹੈ ਉਹ ਜ਼ਿਆਦਾ ਹੈਗੀ ਹੈ। ਸੋ PGS ਤੋਂ ਬਿਨਾ ਜੇ ਪ੍ਰੈਗਨੈਂਸੀ ਹੁੰਦੀ ਹੈ ਉਹਦੇ ਵਿੱਚ 41% ਇਜ਼ ਦਾ ਪ੍ਰੈਗਨੈਂਸੀ ਰੇਟ, ਤੇ ਜੇ PGS ਦੇ ਨਾਲ ਅਸੀਂ ਪ੍ਰੈਗਨੈਂਸੀ ਟਰਾਈ ਕਰਦੇ ਹਾਂ ਤਾਂ ਪ੍ਰੈਗਨੈਂਸੀ ਰੇਟ ਰੀਚਸ ਆਲਮੋਸਟ 69% ਇਨ ਗੁੱਡ ਪ੍ਰੋਗਨੋਸਿਸ ਪੇਸ਼ੈਂਟਸ। ਸਿਮਿਲਰਲੀ ਜਿਵੇਂ ਜੇ ਮੇਲ ਫੈਕਟਰ ਸਵੇਅਰ ਹੈਗਾ ਤੇ ਤੁਸੀਂ PGS ਤੋਂ ਬਿਨਾ ਟਰਾਈ ਕਰ ਰਹੇ ਹੋ 40% ਪ੍ਰੈਗਨੈਂਸੀ ਰੇਟ ਹੈ ਔਰ PGS ਦੇ ਨਾਲ 65%। ਐਂਡ ਇਨ ਰੈਕਰੈਂਟ ਅਬੋਰਸ਼ਨਸ ਐਂਡ ਇੰਪਲਾਂਟੇਸ਼ਨ ਫੇਲਿਅਰਸ ਸਾਰਿਆਂ ਦੇ ਵਿੱਚ ਜਿਹੜਾ ਹੈਗਾ ਪ੍ਰੈਗਨੈਂਸੀ ਰੇਟ ਉਹ ਵੱਧ ਰਿਹਾ ਹੈ। ਔਰ ਜੇ ਮਾਂ ਦੀ ਉਮਰ ਜ਼ਿਆਦਾ ਹੈ ਵੀ ਕੈਨ ਰੀਚ 50% ਪ੍ਰੈਗਨੈਂਸੀ ਰੇਟ ਜੇ ਅਸੀਂ ਨਾਲ PGS ਦੇ ਕੰਬਾਈਨ ਕਰ ਰਹੇ ਹਾਂ। ਨੈਕਸਟ। ਸੋ ਸੰਖੇਪ ਜਾਣਕਾਰੀ ਲਈ ਇੱਕ ਟਾਈਮ ਲੈਪਸ ਟੈਕਨੀਕ ਹੈ ਜਿਹੜੀ ਕਿ ਬਹੁਤ ਵਧੀਆ ਹੈ। ਟਾਈਮ ਲੈਪਸ ਟੈਕਨੀਕ ਕੀ ਹੁੰਦੀ ਹੈ, ਕਿਸ ਲਈ ਉਚਿਤ ਹੁੰਦੀ ਹੈ ਔਰ ਇਸ ਟੈਕਨੀਕ ਦੇ ਕੀ ਫਾਇਦੇ ਹੈ ਔਰ ਕੀ ਹੈ ਤਕਨੀਕ ਕਾਰਾਗਰ ਹੈਗੀ ਹੈ, ਆਪਾਂ ਹੁਣ ਇਹਦੇ ਬਾਰੇ ਗੱਲ ਕਰਾਂਗੇ। ਇਹ ਇੱਕ ਨੈਕਸਟ ਰੀਸੈਂਟ ਐਡਵਾਂਸ ਹੈਗਾ ਟਾਈਮ ਲੈਪਸ ਟੈਕਨੋਲੋਜੀ। ਨੈਕਸਟ। ਸੋ ਜੇ ਆਪਾਂ ਭਰੂਣ ਦੇ ਵਿਕਾਸ ਨੂੰ ਦੇਖੀਏ, ਜਿਹੜਾ ਜਦੋਂ ਇਕਸੀ ਤੋਂ ਬਾਅਦ ਆਪਾਂ ਪਹਿਲੇ ਦਿਨ ਉਹਨੂੰ ਦੇਖਦੇ ਹੈਗੇ ਆ ਤੇ ਉਹ 2 ਸੈੱਲ ਹੁੰਦਾ ਹੈ, ਫਿਰ ਉਹ 4 ਸੈੱਲ ਹੋ ਜਾਂਦਾ ਹੈ, 8 ਸੈੱਲ ਹੁੰਦਾ ਹੈ ਔਰ ਫਿਰ ਇੱਕ ਮੋਰੂਲਾ ਬਣਦਾ ਹੈ ਔਰ ਫਿਰ ਬਲਾਸਟੋਸਿਸਟ ਹੁੰਦਾ ਹੈ ਜਿਹੜਾ ਡੇ 5 ਤੇ। ਇਹ ਇੱਕ ਨਾਰਮਲ ਡਿਵੈਲਪਮੈਂਟ ਆਫ ਦੀ ਐਮਬ੍ਰਿਓ ਨੂੰ ਅਸੀਂ ਇਸ ਤਰ੍ਹਾਂ ਕਹਿ ਸਕਦੇ ਹਾਂ। ਨੈਕਸਟ। ਸੋ ਜੇ ਆਪਾਂ ਇਹ ਸੋਚਣਾ ਹੋਏ ਕਿ ਟਾਈਮ ਲੈਪਸ ਟੈਕਨੀਕ ਕੀ ਹੈ, ਇੱਕ ਸਪੈਸ਼ਲਾਈਜ਼ਡ ਇਨਕਿਊਬੇਟਰ ਬਣਾਇਆ ਗਿਆ ਹੈ ਜਿਸ ਨੂੰ ਖਾਸ ਤੌਰ ਤੇ ਮਨੁੱਖੀ ਭਰੂਣ ਦੇ ਵਿਕਾਸ ਲਈ ਤਿਆਰ ਕੀਤਾ ਗਿਆ ਹੈ ਔਰ ਉਹਨੂੰ ਟਾਈਮ ਲੈਪਸ ਕੈਮਰੇ ਦੇ ਨਾਲ ਫਿੱਟ ਕਰ ਦਿੱਤਾ ਗਿਆ। ਇਨਕਿਊਬੇਟਰ ਵਿੱਚ ਇੱਕ ਇਨਬਿਲਟ ਕੈਮਰਾ ਹੁੰਦਾ ਹੈ ਜੋ ਸਮੇਂ-ਸਮੇਂ ਤੇ ਜਿਹੜੇ ਭਰੂਣ ਹੈ ਉਹਨਾਂ ਦੀਆਂ ਤਸਵੀਰਾਂ ਲੈ ਸਕਦਾ ਹੈ। ਇਹਨਾਂ ਤਸਵੀਰਾਂ ਨੂੰ ਇੱਕ ਟਾਈਮ ਲੈਪਸ ਵੀਡੀਓ ਬਣਾ ਕੇ ਵੀ ਸਾਰੀ ਪੜਤਾਲ ਕੀਤੀ ਜਾ ਸਕਦੀ ਹੈ ਔਰ ਜਿਹੜੇ ਭਰੂਣ ਵਿਗਿਆਨੀ ਹੈ, ਜਿਹੜੇ ਐਮਬ੍ਰਿਓਲੋਜਿਸਟ ਹੈ, ਉਹ ਭਰੂਣ ਦੀ ਡਿਵੈਲਪਮੈਂਟ ਦੇਖ ਕੇ ਦੇ ਕੈਨ ਸਿਲੈਕਟ ਦ ਬੈਸਟ ਐਮਬ੍ਰਿਓ ਫਰੋਮ ਦ ਇਨਕਿਊਬੇਟਰ। ਨੈਕਸਟ। ਸੋ ਜਸਟ ਅ ਪਿਕਚਰ, ਇਹ ਇੱਕ ਐਮਬ੍ਰਿਓਸਕੋਪ ਹੈ ਜਿਸ ਵਿੱਚ ਐਟ ਅ ਟਾਈਮ 72 ਐਮਬ੍ਰਿਓਜ਼ ਨੂੰ ਸਟੱਡੀ ਕੀਤਾ ਜਾ ਸਕਦਾ ਹੈਗਾ ਔਰ ਹਰ 15 ਮਿੰਟ ਬਾਅਦ ਇੱਕ ਤਸਵੀਰ ਲੈਂਦਾ ਹੈ ਔਰ ਇਹਦੇ ਨਾਲ ਇੱਕ ਵਰਕ ਸਟੇਸ਼ਨ ਅਟੈਚਡ ਹੁੰਦਾ ਹੈ। ਇਨਕਿਊਬੇਟਰ ਜਿਹੜਾ ਉਹ ਅਸੀਂ ਬਲੂ ਵਾਲਾ ਦੇਖ ਰਹੇ ਹਾਂ ਉਹਦੇ ਨਾਲ ਇੱਕ ਸਕਰੀਨ ਲੱਗੀ ਹੋਈ ਹੈ, ਇਹ ਇੱਕ ਵਰਕ ਸਟੇਸ਼ਨ ਹੈ
ਜਿਹਦੇ ਵਿੱਚ ਬਿਨਾ ਆਪਾਂ ਇਨਕੂਬੇਟਰ ਨੂੰ ਖੋਲੇ ਇਹ ਸਾਰੀਆਂ ਇਮੇजेस ਦੇਖ ਸਕਦੇ ਹਾਂ ਭਰੂਣ ਨੂੰ ਆਪਾਂ ਟਾਈਮ ਟੂ ਟਾਈਮ ਮੋਨੀਟਰ ਕਰ ਸਕਦੇ ਹਾਂ ਔਰ ਜੇ ਆਪਾਂ ਇੱਕ ਅੰਦਾਜ਼ਾ ਲਗਾਉਣਾ ਹੋਏ 3 ਦਿਨਾਂ ਦੇ ਦੌਰਾਨ ਅਸੀਂ ਭਰੂਣ ਦੀਆਂ 1500 ਪਿਕਚਰਸ ਜਿਹੜੀਆਂ ਉਹ ਕਲਿੱਕ ਹੋ ਜਾਂਦੀਆਂ ਹੈਗੀਆਂ ਨੈਕਸਟ ਸੋ ਇਹ ਟਾਈਮ ਲੈਪਸ ਦੀਆਂ ਤਸਵੀਰਾਂ ਹੈਗੀਆਂ ਜਿਹਦੇ ਵਿੱਚ ਸਟਾਰਟਿੰਗ ਤੋਂ ਆਪਾਂ ਦੇਖ ਰਹੇ ਹਾਂ 2 ਸੈਲ 4 ਸੈਲ 8 ਸੈਲ ਔਰ ਫਿਰ ਡੇ 5 ਤੇ ਬਲਾਸਟੋਸਿਸਟ ਬਣਿਆ ਹੋਇਆ ਨੈਕਸਟ ਇੱਕ ਵੀਡੀਓ ਹੈਗੀ ਹੈ ਤੁਸੀਂ ਇਹਨੂੰ ਕਾਫੀ ਆਪਾਂ ਦੇਖੋ ਫਾਸਟ ਫਾਰਵਰਡ ਕੀਤਾ ਹੋਇਆ ਹੈ ਕੈਨ ਵੀ ਪਲੀਜ਼ ਪਲੇ ਦ ਵੀਡੀਓ so I guess it didn't work ਪਰ ਉਹ ਜਿਹੜੀਆਂ ਇਮੇजेस ਹੈਗੀਆਂ ਉਸ ਤਰ੍ਹਾਂ ਹੀ ਆਪਾਂ ਇਹ ਵੀਡੀਓ ਦੇ ਵਿੱਚ ਦੇਖਦੇ ਹੈਗੇ ਆ ਕਿ ਕਿਸ ਤਰ੍ਹਾਂ ਫਰਟੀਲਾਈਜ਼ ਹੋ ਕੇ ਜਿਹੜਾ 5 ਦਿਨਾਂ ਦੇ ਵਿੱਚ ਇਹ ਆਪਣਾ ਜਿਹੜਾ ਭਰੂਣ ਹੈਗਾ ਇਹ ਤਿਆਰ ਹੋ ਜਾਂਦਾ ਹੈ ਇਨ ਦਾ ਫਾਰਮ ਆਫ ਅ ਬਲਾਸਟੋਸਿਸਟ ਨੈਕਸਟ ਪਲੀਜ਼ ਸੋ ਇਹ ਕਿਸ ਲਈ ਉਚਿਤ ਹੈ ਸਿਧਾਂਤਕ ਤੌਰ ਤੇ ਸਾਰੇ ਮਰੀਜ਼ਾਂ ਨੂੰ ਇਹ ਫੈਸਿਲਿਟੀ ਅਸੀਂ ਆਫਰ ਕਰ ਸਕਦੇ ਹਾਂ ਬਟ ਅਜਿਹੇ ਪੇਸ਼ੈਂਟਸ ਜਿਨ੍ਹਾਂ ਵਿੱਚ ਆਪਾਂ ਭਰੂਣ ਅੱਛੇ ਬਣ ਰਹੇ ਹੈਗੇ ਆ ਪਰ ਉਹਨਾਂ ਦੀ ਆਪਾਂ ਚੋਣ ਕਰਨੀ ਹੈਗੀ ਹੈ ਬਹੁਤ ਸਾਰੇ ਭਰੂਣ ਬਣ ਰਹੇ ਆ ਆਪਾਂ ਦੇਖਣਾ ਹੈਗਾ ਕਿ ਕਿਹੜਾ ਬੈਸਟ ਐਮਬ੍ਰਿਓ ਹੈ ਔਰ ਕਿਹਨੂੰ ਅਸੀਂ ਪਹਿਲੇ ਯੂਜ਼ ਕਰਨਾ ਹੈ ਇਹੋ ਜਿਹੇ ਪੇਸ਼ੈਂਟਸ ਦੇ ਵਿੱਚ ਜ਼ਿਆਦਾਤਰ ਜਿਹੜੀ ਟਾਈਮ ਲੈਪਸ ਟੈਕਨੋਲੋਜੀ ਹੈ ਬਹੁਤ ਹੈਲਪ ਕਰਦੀ ਹੈ ਔਰ ਜੇ ਭਰੂਣ ਸੰਬੰਧੀ ਕੋਈ ਜਾਣਕਾਰੀ ਦੀ ਲੋੜ ਹੈ ਜਿੱਦਾਂ ਇੰਪਲਾਂਟੇਸ਼ਨ ਦਾ ਬਾਰ-ਬਾਰ ਸਫਲ ਹੋਣਾ ਮਦਰਸ ਏਜ ਇਜ਼ ਮੋਰ ਔਰ ਰੈਕਰੈਂਟ ਅਬੋਰਸ਼ਨਸ ਹੈਗੀਆਂ ਉਹਦੇ 'ਚ ਜੇ ਅਸੀਂ ਐਮਬ੍ਰਿਓਸਕੋਪ ਯੂਜ਼ ਕਰਦੇ ਹਾਂ ਤਾਂ ਇਟ ਇਜ਼ ਰੀਅਲੀ ਨਾਈਸ ਤੇ ਨੈਕਸਟ ਟਾਈਮ ਲੈਪਸ ਟੈਕਨੀਕ ਦੇ ਫਾਇਦੇ ਕੀ ਹਨ ਇਸ ਨਾਲ ਬਾਰ-ਬਾਰ ਤਸਵੀਰਾਂ ਲਈਆਂ ਜਾ ਸਕਦੀਆਂ ਹਨ ਤੇ ਜ਼ਰੂਰੀ ਸ਼ੁਰੂਆਤੀ ਜਿਹੜੀ ਡਿਵੀਜ਼ਨ ਹੈਗੀ ਹੈ ਜਿਹੜੀ ਐਮਬ੍ਰਿਓ ਡਿਵੀਜ਼ਨ ਹੈ ਉਹਦੀ ਸਾਨੂੰ ਜਾਣਕਾਰੀ ਮਿਲਦੀ ਹੈ ਐਬਨੋਰਮੈਲਿਟੀਜ਼ ਨਜ਼ਰ ਆ ਜਾਂਦੀਆਂ ਹੈ ਤੇ ਜਿਹੜਾ ਭਰੂਣ ਹੈ ਉਹਦੀ ਪ੍ਰੋਪਰ ਸਾਨੂੰ ਸ਼ੇਪ ਪਤਾ ਲੱਗ ਜਾਂਦੀ ਹੈ ਵਿਸ਼ੇਸ਼ ਵਿਕਾਸ ਦੇ ਜਿਹੜੇ ਮਾਈਲਸਟੋਨਸ ਹੈਗੇ ਆ ਜਿਹੜੀ ਡਿਵੈਲਪਮੈਂਟਲ ਮਾਈਲਸਟੋਨਸ ਹੈਗੇ ਆ ਭਰੂਣ ਦੇ ਉਹਨਾਂ ਦੀ ਪਹਿਚਾਣ ਕਰਨੀ ਬਹੁਤ ਸੌਖੀ ਹੋ ਜਾਂਦੀ ਹੈ ਨੈਕਸਟ ਸੋ ਜੇ ਆਪਾਂ ਇੱਕ ਟੇਬਲ ਦੇ ਵਿੱਚ ਕੰਪੇਅਰ ਕਰਨਾ ਹੋਏ ਕਿ ਮੈਨੂਅਲ ਕਲਚਰ ਔਰ ਟਾਈਮ ਲੈਪਸ ਟੈਕਨੋਲੋਜੀ ਦੇ ਵਿੱਚ ਕੀ ਫਾਇਦੇ ਔਰ ਕੀ ਹੈਗਾ ਤੇ ਜਿਹੜੀ ਮੈਨੂਅਲ ਆਪਾਂ ਕਲਚਰ ਕਰਦੇ ਹੈਗੇ ਆ ਉਹਦੇ ਵਿੱਚ ਐਮਬ੍ਰਿਓਲੋਜਿਸਟ ਨੂੰ ਭਰੂਣ ਦੇ ਵਿਕਾਸ ਨੂੰ ਦੇਖਣ ਲਈ ਇਨਕਿਊਬੇਟਰ ਚ ਉਹਨਾਂ ਨੂੰ ਕੱਢਣਾ ਪੈਂਦਾ ਹੈ ਇਹਦੇ ਨਾਲ ਜਿਹੜਾ ਐਮਬ੍ਰਿਓ ਹੈ ਉਹਦੇ ਤਾਪਮਾਨ ਤੇ ਨਮੀ ਦੇ ਵਿੱਚ ਬਦਲਾਅ ਆ ਸਕਦਾ ਹੈ ਜਦੋਂ ਤੁਸੀਂ ਟਾਈਮ ਲੈਪਸ ਦੀ ਗੱਲ ਕਰਦੇ ਹੋ ਭਰੂਣ ਦਾ ਜ਼ਰੂਰੀ ਮੁਲਾਂਕਣ ਜਿਹੜਾ ਕਰਨਾ ਹੈਗਾ ਉਹਦੇ ਵਿੱਚ ਸਾਨੂੰ ਇਨਕਿਊਬੇਟਰ ਨੂੰ ਖੋਲਣਾ ਨਹੀਂ ਭਰੂਣ ਨੂੰ ਬਿਲਕੁਲ ਛੇੜਨਾ ਨਹੀਂ ਔਰ ਤੁਸੀਂ ਉਹ ਜਿਹੜੀਆਂ ਸਕਰੀਨ ਦੇ ਉੱਤੇ ਫੋਟੋਗ੍ਰਾਫਸ ਹੈਗੀਆਂ ਤਸਵੀਰਾਂ ਹੈਗੀਆਂ ਉਹਨਾਂ ਨਾਲ ਤੁਸੀਂ ਦੇਖ ਸਕਦੇ ਹੋ ਉਹਦੀ ਕੀ ਡਿਵੈਲਪਮੈਂਟ ਚੱਲ ਰਹੀ ਹੈ ਤੇ ਜਦੋਂ ਮੈਨੂਅਲ ਆਪਾਂ ਕਲਚਰ ਕਰਦੇ ਆ ਉਦੋਂ ਭਰੂਣ ਵਿਕਾਸ ਨੂੰ ਲੰਬੇ ਅੰਤਰਾਂ ਲਈ ਇੱਕ ਭਰੂਣ ਵਿਗਿਆਨੀ ਦੁਆਰਾ ਆਮ ਤੌਰ ਤੇ 4 ਜਾਂ 5 ਵਾਰੀ ਦੇਖ ਰਿਹਾ ਹੋਏਗਾ ਫॉर ਐਗਜ਼ਾਮਪਲ ਜਿਹੜੇ ਸਾਡੇ ਐਮਬ੍ਰਿਓਲੋਜਿਸਟ ਹੈ ਪਹਿਲੇ ਉਹ 2pm ਸਟੇਜ ਚੈੱਕ ਕਰਦੇ ਆ ਫਿਰ ਅਗਲੇ ਦਿਨ ਦੇਖ ਲੈਂਦੇ ਆ ਅੱਜ ਕੱਲ ਅਸੀਂ ਤਾਂ ਸੈਕੰਡ ਡੇ ਚੈੱਕ ਹੀ ਨਹੀਂ ਕਰਦੇ ਵੀ ਸਟ੍ਰੇਟ ਅਵੇ ਗੋ ਫॉर ਅ ਡੇ 3 ਚੈੱਕ ਐਂਡ ਦੈਨ ਅਸੀਂ ਦੇਖਦੇ ਹਾਂ ਕਿ ਉਹ ਬਲਾਸਟੋਸਿਸਟ ਬਣਿਆ ਕਿ ਨਹੀਂ ਬਣਿਆ ਬਟ ਆਲ ਅਲੋਂਗ ਜਿਹੜਾ ਐਮਬ੍ਰਿਓਲੋਜਿਸਟ ਹੈ ਉਹਨੇ ਜਿਹੜਾ ਭਰੂਣ ਹੈ ਉਹਨੂੰ ਸਿਰਫ 4 ਜਾਂ 5 ਵਾਰੀ ਦੇਖਿਆ ਹੁੰਦਾ ਹੈ ਔਰ ਜਦੋਂ ਟਾਈਮ ਲੈਪਸ ਟੈਕਨੋਲੋਜੀ ਯੂਜ਼ ਹੋ ਰਹੀ ਹੈ ਉਹ ਉਹਨੂੰ ਨਿਰੰਤਰ ਦੇਖ ਰਿਹਾ ਹੈ ਹਰ 15 ਮਿੰਟ ਬਾਅਦ ਜਿਹੜੀ ਫੋਟੋ ਕਲਿੱਕ ਹੋਈ ਹੈ ਉਹਨੂੰ ਵੀ ਦੇਖ ਰਿਹਾ ਹੈ ਤੇ ਅਦਰਵਾਈਜ਼ ਕੁਝ ਜਾਣਕਾਰੀ ਜਿਹੜੀ ਮੌਜੂਦ ਨਹੀਂ ਹੋਵੇਗੀ ਜਿਵੇਂ ਕਿ ਭਰੂਣ ਨੂੰ ਐਗਜ਼ੈਕਟਲੀ ਕਿਸ ਟਾਈਮ ਤੇ ਜਿਹੜਾ ਐਮਬ੍ਰਿਓ ਹੈ ਉਹ ਡਿਵਾਈਡ ਹੋਇਆ ਇਹ ਅੰਦਾਜ਼ਾ ਲਗਾਉਣਾ ਬੜਾ ਮੁਸ਼ਕਿਲ ਹੈਗਾ ਜਦੋਂ ਮੈਨੂਅਲੀ ਕਲਚਰ ਕਰ ਰਹੇ ਆਪਾਂ ਤੇ ਜਦੋਂ ਆਪਾਂ ਟਾਈਮ ਲੈਪਸ ਦੇ ਵਿੱਚ ਦੇਖ ਰਹੇ ਹਾਂ ਤੁਹਾਨੂੰ ਐਗਜ਼ੈਕਟਲੀ ਪਤਾ ਲੱਗ ਜਾਂਦਾ ਹੈਗਾ ਕਿ ਜਿਵੇਂ ਹੁਣ ਕੋਈ 2 ਸੈਲਰ ਹੈਗਾ ਉਹ ਵਿੱਚ ਪਹਿਲੇ 3 ਸੈਲਰ ਹੋਇਆ ਫਿਰ 4 ਸੈਲਰ ਹੋਇਆ ਕਿ ਸਿੱਧਾ 2 ਸੈਲਸ ਤੋਂ 4 ਸੈਲ ਹੋ ਗਿਆ ਔਰ ਇਸ ਤਰ੍ਹਾਂ ਉਹ ਜਿਹੜਾ ਐਮਬ੍ਰਿਓ ਹੈ ਉਹਨੂੰ ਸਿਲੈਕਟ ਕਰਨ ਦੇ ਵਿੱਚ ਵੀ ਈਜ਼ੀ ਹੋ ਜਾਂਦਾ ਹੈ ਐਂਡ ਲਾਸਟ ਬਟ ਨਾਟ ਲੀਸਟ ਜਿਹੜਾ ਪੇਸ਼ੈਂਟ ਹੈ ਉਹ ਟਾਈਮ ਲੈਪਸ ਵੀਡੀਓ ਵੀ ਇੱਕ ਆਪਣੀ ਲੈ ਸਕਦਾ ਹੈਗਾ ਜਿੱਥੇ ਇਹ ਫੈਸਿਲਿਟੀ ਅਵੇਲੇਬਲ ਹੈ ਨੈਕਸਟ ਸੋ ਕੀ ਟਾਈਮ ਲੈਪਸ ਤਕਨੀਕ ਕਾਰਗਰ ਹੈ ਜਿਹੜੀ ਸਾਡੀ ਐਮਬ੍ਰਿਓਲੋਜੀ ਟੀਮ ਹੈ ਉਸ ਨੂੰ ਭਰੂਣ ਦੇ ਵਿਕਾਸ ਦੀ ਬਹੁਤ ਹੀ ਜ਼ਿਆਦਾ ਗਹਿਰੀ ਜਾਣਕਾਰੀ ਆ ਜਾਂਦੀ ਹੈ
ਔਰ ਸਫਲ ਇਲਾਜ ਦੀ ਸਭ ਤੋਂ ਵੱਧ ਸੰਭਾਵਨਾ ਵਾਲੇ ਭਰੂਣਾਂ ਦੀ ਵੀ ਪਹਿਚਾਣ ਹੋ ਜਾਂਦੀ ਹੈ। ਸੋ ਗਰਭ ਧਾਰਨ ਨੂੰ ਜਿਹੜਾ ਸਮਾਂ ਲੱਗਦਾ ਹੈ ਉਹ ਘਟ ਜਾਂਦਾ ਹੈ ਔਰ IVF ਸਾਈਕਲਸ ਦੇ ਜਿਹੜੇ ਰਿਜ਼ਲਟਸ ਹੈ ਉਹ ਬਹੁਤ ਸਾਰੀਆਂ ਚੀਜ਼ਾਂ ਤੇ ਡਿਪੈਂਡ ਕਰਦੇ ਆ। ਐਂਡ ਦੈਨ ਬਿਕਾਜ਼ ਆਫ ਦਿਸ ਟੈਕਨੀਕ ਤੁਸੀਂ ਬੈਸਟ ਐਮਬ੍ਰਿਓ ਜਿਹੜਾ ਤੁਸੀਂ ਟ੍ਰਾਂਸਫਰ ਕਰਨਾ ਹੈ ਉਹ ਤੁਸੀਂ ਸਿਲੈਕਟ ਕਰ ਸਕਦੇ ਹੋ। ਇਸ ਤੋਂ ਕੋਈ ਖਤਰਾ ਇਸ ਟੈਕਨੀਕ ਦੇ ਇਸਤੇਮਾਲ ਕਰਨ ਨਾਲ ਕੋਈ ਖਤਰਾ ਨਹੀਂ ਹੈ। ਇਹ ਸਮਾਂ ਬਹੁਤ ਸਪੈਸੀਫਿਕ ਜਾਣਕਾਰੀ ਸਾਨੂੰ ਮਿਲ ਜਾਂਦੀ ਹੈ ਇਸ ਟੈਕਨੀਕ ਦੇ ਯੂਜ਼ ਕਰਨ ਨਾਲ ਕਿ ਕਿਹੜਾ ਬੈਸਟ ਐਮਬ੍ਰਿਓ ਅਸੀਂ ਟ੍ਰਾਂਸਫਰ ਕਰਨਾ ਹੈ। ਇਹ ਸਾਰੀਆਂ ਹੈਗੀਆਂ ਸੀਗੀਆਂ ਅੱਜ ਦੀਆਂ ਟੈਕਨੀਕਸ ਐਂਡ ਆਈ ਹੋਪ ਕਾਫੀ ਕੁਝ ਨਵਾਂ ਮਿਲਿਆ ਹੋਏਗਾ ਤੁਹਾਨੂੰ ਸੁਣਨ ਨੂੰ ਐਂਡ ਦੈਟਸ ਇਟ। ਥੈਂਕ ਯੂ, ਧੰਨਵਾਦ। ਹੁਣ ਅਸੀਂ ਕੁਝ ਕੁਐਸਚਨਸ ਲਵਾਂਗੇ। ਯੈਸ ਮੈਮ, ਥੈਂਕ ਯੂ ਸੋ ਮਚ। ਅੱਜ ਦਾ ਸੈਸ਼ਨ ਐਕਚੁਅਲੀ ਮੈਨੂੰ ਲੱਗਦਾ ਹੈ ਕਿ ਬਹੁਤ ਸਾਰੇ ਅਟੈਂਡੀਜ਼ ਲਈ ਬਹੁਤ ਸਾਰੀ ਨਈ ਇਨਫੋਰਮੇਸ਼ਨ ਹੋਏਗੀ ਬਿਕਾਜ਼ ਇਹ ਸਾਰੀਆਂ ਨਵੀਆਂ ਟੈਕਨੀਕਸ ਨੇ IVF ਦੇ ਵਿੱਚ ਐਂਡ ਬਹੁਤ ਹੀ ਬਿਊਟੀਫੁਲੀ ਮੈਮ ਨੇ ਸਾਰੀ ਇੱਕ ਇੱਕ ਟੈਕਨੀਕ ਜਿਹੜੀ ਹੈ ਉਹ ਐਕਸਪਲੇਨ ਕੀਤੀ ਹੈ। ਮੈਮ ਸਾਡੇ ਕੋਲ ਇੱਕ ਕੁਐਸਚਨ ਹੈ ਕਿ ਪ੍ਰੈਗਨੈਂਸੀ ਸ਼ਾਦੀ ਨੂੰ 6 ਮਹੀਨੇ ਹੋ ਚੁੱਕੇ ਨੇ ਐਂਡ ਫਰਸਟ ਮੰਥ ਤੋਂ ਹੀ ਟਰਾਈ ਕਰ ਰਹੇ ਨੇ ਤੇ ਕਨਸੀਵ ਨਹੀਂ ਹੋਇਆ। ਉਹਨਾਂ ਦਾ ਪੀਰੀਅਡਸ ਸਾਈਕਲ ਹੈ 35 ਡੇਜ਼ ਦਾ, ਤੇ ਕੀ ਉਹ ਕਨਸੀਵ ਕਰ ਪਾਣਗੇ ਤੇ ਤੁਹਾਡੇ ਇਨਪੁਟਸ ਕੀ ਹੈ ਮੈਮ ਉਸ ਵਾਸਤੇ? Has she given you the age probably? नहीं मैम, एज नहीं है। So ਇੱਥੇ ਮੈਂ ਕਹਿਣਾ ਚਾਹਾਂਗੀ ਕਿ ਜੇ ਏਜ 35 ਤੋਂ ਘੱਟ ਹੈ ਤੇ ਫਿਰ ਤਾਂ ਹਜੇ 6 months ਤੁਸੀਂ ਵੇਟ ਕਰ ਸਕਦੇ ਹੋ। But if you really want to get yourself tested and you are more than 35, ਫਿਰ ਤੁਸੀਂ ਫਰਟੀਲਿਟੀ ਕਲੀਨਿਕ ਨੂੰ ਅਪਰੋਚ ਕਰ ਸਕਦੇ ਹੋ। ਜਿਵੇਂ ਮੈਂ ਅੱਜ ਦੱਸਿਆ ਹੈਗਾ ਕਿ ਇੱਕ ਰੂਟੀਨ ਸੀਮਨ ਐਨਾਲਿਸਿਸ, ਇਹ ਕੋਈ ਬਹੁਤ ਜ਼ਿਆਦਾ ਇਨਵੇਸਿਵ ਟੈਸਟ ਵੀ ਨਹੀਂ ਹੈ, ਉਹ ਜ਼ਰੂਰ ਕਰਾ ਲੈਣਾ ਚਾਹੀਦਾ ਹੈ। ਔਰ ਇੱਕ ਸਿੰਪਲ ਟ੍ਰਾਂਸਵੈਜਾਈਨਲ ਸੋਨੋਗ੍ਰਾਫੀ just to reassure yourself that the two baseline tests, semen analysis and ultrasound, they are normal. Okay ma'am. Ma'am, next question है, patient ਦੀ age है 30 years and husband है 40 years से, ਤੇ ਉਹਨਾਂ ਦੀ husband ਦੇ semen parameters 'ਚ ਕੋਈ problem ਨਹੀਂ ਹੈ। there is always a problem with semen parameters and wife is normal. Female age is 30 years and secondary infertility है मैम 5 साल ਦੀ। Since it is secondary infertility and you are telling me that the wife is normal, ਅਸੀਂ male ਨੂੰ ਹੀ closely examine ਕਰਾਂਗੇ ਔਰ ਕੋਈ change of habits, any addiction, ਆਪਾਂ ਇਹਨਾਂ ਚੀਜ਼ਾਂ ਤੇ concentrate ਕਰਾਂਗੇ। ਔਰ ਜੇ ਸੀਮਨ ਪੈਰਾਮੀਟਰਸ 'ਚ ਹੀ ਪ੍ਰੋਬਲਮ ਆਉਂਦੀ ਹੈ ਤੇ ਇਸ ਪੇਸ਼ੈਂਟ ਲਈ ਆਪਾਂ ਮੈਕਸ ਯੂਜ਼ ਕਰ ਸਕਦੇ ਹਾਂ ਔਰ ਉਹਦੇ ਨਾਲ IUI ਵੀ ਟਰਾਈ ਕਰ ਸਕਦੇ ਹਾਂ ਜੇ ਉਹ ਲੇਡੀ ਦੀਆਂ ਟਿਊਬਸ ਖੁੱਲੀਆਂ ਔਰ ਉਹਦਾ ਓਵੇਰੀਅਨ ਰਿਜ਼ਰਵ ਵੀ ਅੱਛਾ ਹੈ। ਐਂਡ ਪਹਿਲੇ ਤਾਂ ਇਸ ਤਰ੍ਹਾਂ ਟਰਾਈ ਕੀਤਾ ਜਾ ਸਕਦਾ, ਬਟ ਇਫ ਸੀਮਨ ਪੈਰਾਮੀਟਰਸ ਆਰ ਰੀਲੀ ਬੈਡ then I think IVF is a better answer. Okay ma'am. Next question is ma'am कि patient is not having any infertility issue, पर ਉਹਨਾਂ ਦੇ ਜੋ child ਹੈ ਉਹ thalassaemic patient ਹੈ, thalassemia ਹੈ ਉਹਨਾਂ ਨੂੰ, ਤੇ can we have a child that is normal? In this patient ਜਿਹੜੇ husband wife ਹੈਗੇ ਆ ਉਹਨਾਂ ਦੋਨਾਂ ਦੇ ਵਿੱਚ trait ਹੈ probably, ਔਰ ਉਹਦੇ ਕਰਕੇ ਹੀ ਇੱਕ ਜਿਹੜਾ ਬੱਚਾ ਹੋਇਆ ਉਹ thalassaemic ਹੈਗਾ। But it is very much possible to get a normal child with PGT. And ਇੱਥੇ ਮੈਂ ਇੱਕ ਹੋਰ ਗੱਲ ਕਹਿਣਾ ਚਾਹਾਂਗੀ ਕਿ ਹੁਣ ਤੁਸੀਂ ਕ੍ਰੋਮੋਸੋਮਸ ਤਾਂ ਚੈੱਕ ਕਰੋਗੇ ਹੀ ਕਿ ਤਾਂ ਕਿ ਨੈਕਸਟ ਬੱਚਾ ਮਤਲਬ ਆਪਾਂ ਐਮਬ੍ਰਿਓ ਨੂੰ ਤਾਂ ਚੈੱਕ ਕਰਾਂਗੇ ਹੀ ਕਿ ਨੈਕਸਟ ਬੱਚੇ ਨੂੰ ਥੈਲੇਸੀਮੀਆ ਨਾ ਹੋਏ। ਸਾਡੇ ਕੋਲ ਇਹੋ ਜਿਹੀ ਟੈਕਨੀਕ ਵੀ ਹੈਗੀ ਹੈ ਜਿਹਦੇ ਨਾਲ ਅਸੀਂ HLA ਮੈਚਿੰਗ ਕਰ ਸਕਦੇ ਹਾਂ ਤੇ ਜਿਹੜਾ ਦੂਸਰਾ ਬੱਚਾ ਹੈ ਜੇ ਉਹ ਥੈਲੇਸੀਮੀਆ ਫ੍ਰੀ ਪੈਦਾ ਹੁੰਦਾ ਹੈ ਔਰ ਉਹ ਆਪਣੇ ਬੋਨ ਮੈਰੋ ਟ੍ਰਾਂਸਪਲਾਂਟ ਨਾਲ ਆਪਣੇ ਸਿਬਲਿੰਗ ਦੀ ਵੀ ਹੈਲਪ ਕਰ ਸਕਦਾ ਹੈ। ਸੋ ਇਹ ਇੱਕ ਆਈਡੀਅਲ ਪੇਸ਼ੈਂਟ ਹੈ ਜਿਹਨੂੰ PGT ਜ਼ਰੂਰ ਕਰਾਉਣਾ ਚਾਹੀਦਾ ਹੈ।
Okay, ma'am. Ma'am, questions are ਸਾਡੇ ਕੋਲ ਹੁਣ we are done with the questions and thank you so much. ਕੱਲ I would like to tell all the attendees ਕਿ ਕੱਲ ਦਾ ਸਾਡਾ ਜਿਹੜਾ ਸੈਸ਼ਨ ਹੈ ਉਹ ਹੈ about IUI, understanding about IUI. ਤਾਂ I would request everyone to connect around 4:30 sharp. ਕੱਲ 4:30 ਵਜੇ ਸ਼ਾਮ ਨੂੰ ਤੁਸੀਂ connect ਕਰ ਸਕਦੇ ਹੋ. ਤੁਹਾਡੇ ਕੋਈ ਵੀ ਜੇ ਹੋਰ ਵੀ queries ਨੇ, concerns ਨੇ, you can write to us. ਤੁਸੀਂ mail ਕਰ ਸਕਦੇ ਹੋ at allaboutfertility@novaivffertility.com. ठीक है. Thank you so much, ma'am. Thank you, everyone.